ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। जी हाँ, अकाल ट्रक एंड ट्रेलर सेंटर विनीपेग कैनेडा, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵਕਤ ਤੁਸੀਂ ਬਠਿੰਡਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ। ਜਿਹੜੇ ਵੀਰ ਸਾਨੂੰ ਫੇਸਬੁੱਕ ਪੇਜ ਅਤੇ YouTube ਚੈਨਲ 'ਤੇ ਵੀ ਸੁਣ ਰਹੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਪੇਜ ਨੂੰ ਅਤੇ ਫੇਸਬੁੱਕ ਪੇਜ ਨੂੰ ਅਤੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਵੀ ਕਰੋ। ਹੇਠਾਂ ਜਿੰਨੇ ਵੱਧ ਤੋਂ ਵੱਧ ਕਮੈਂਟਸ ਕਰੋਗੇ, ਸਾਨੂੰ ਉਨਾ ਹੀ ਫੀਡਬੈਕ ਮਿਲਦੀ ਹੈ। ਸੋ ਕਾਲ ਟਰੱਕ ਆਪਣਾ ਵਾਸ਼ਿੰਗਟਨ ਫਰੇਟ ਸਰਵਿਸ, ਜਿਹੜੀ ਸੈਟਲ ਏਰੀਆ 'ਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਨਾਲ 2063544060 ਅਤੇ ਜਗਦੇਵ ਸੰਧੂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲਖੀਮਪੁਰ ਕਾਂਡ ਫਿਰ ਜਿਹੜਾ ਹੈ, ਉਹਦੀਆਂ ਬੜੀਆਂ ਅਪਡੇਟਸ ਆ ਰਹੀਆਂ ਨੇ। ਸੁਪਰੀਮ ਕੋਰਟ ਵੀ ਨਾਰਾਜ਼ ਨਜ਼ਰ ਆ ਰਹੀ ਹੈ। ਬਿਲਕੁਲ ਜੀ, ਸੁਪਰੀਮ ਕੋਰਟ
ਕੋਰਟ ਨੂੰ ਨਾਰਾਜ਼ ਹੋਣਾ ਹੀ ਪਿਆ ਕਿਉਂਕਿ ਸੁਪਰੀਮ ਕੋਰਟ ਨੇ ਜੋ ਹੁਕਮ ਦਿੱਤੇ ਸੀ ਜੀ ਉਹਨਾਂ ਹੁਕਮਾਂ ਤੇ ਪਾਲਣਾ ਹੁੰਦੀ ਦਿਖਦੀ ਨਹੀਂ। ਇਸ ਕਰਕੇ ਸੁਪਰੀਮ ਕੋਰਟ ਨਾਰਾਜ਼ ਹੈ। ਜੀ ਪਹਿਲੀ ਗੱਲ ਤਾਂ ਹੈ ਕਿ ਸੁਪਰੀਮ ਕੋਰਟ ਨੇ ਪਿਛਲੀ ਪੇਸ਼ੀ ਦੇ ਉੱਤੇ ਕੁਛ ਇਹ ਕਿਹਾ ਸੀ ਕਿ ਜਵਾਬ ਦਿਓ। ਕਿੰਨਾ ਚੀਜ਼ਾਂ ਦਾ, ਇੱਕ ਤਾਂ ਇਹ ਕਿ ਪੁੱਛਿਆ ਸੀ ਕਿ ਕਿੰਨੇ ਗਵਾਹਾਂ ਦੇ ਤੁਸੀਂ ਹੁਣ ਤੱਕ ਬਿਆਨ ਰਿਕਾਰਡ ਕੀਤੇ ਜੀ। ਉਹਨਾਂ ਨੇ ਕਿਹਾ ਜੀ 2 ਦਰਜਨ ਦੇ ਕੀਤੇ ਹੈ। ਤੇ ਸੁਪਰੀਮ ਕੋਰਟ ਨੇ ਇਸ ਗੱਲ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਕਿ ਹਜ਼ਾਰਾਂ ਦੀ ਤਾਦਾਦ 'ਚ ਲੋਕ ਉੱਥੇ ਇਕੱਠੇ ਹੈ ਤੇ ਤੁਹਾਨੂੰ ਸਿਰਫ ਜਿਹੜੇ ਹੈਗੇ 2 ਦਰਜਨ ਗਵਾਹ ਮਿਲਦੇ ਹੈ। ਇਹ ਸੰਭਵ ਕਿਵੇਂ ਹੈ? ਅਸੰਭਵ ਵਾਲੀ ਗੱਲ ਹੈ। ਤੁਸੀਂ ਇਹ ਕਿਸ ਤਰ੍ਹਾਂ ਕਰ ਰਹੇ ਹੋ? ਜੀ ਤੁਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਹੈ ਉਹ ਗਵਾਹਾਂ ਨੂੰ ਕੰਟੈਕਟ ਕਿਉਂ ਨਹੀਂ ਕਰਦੇ? ਅਗਲੀ ਗੱਲ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਸ ਵੀ ਗਵਾਹ ਦੀ ਗਵਾਹੀ ਰਿਕਾਰਡ ਕਰਨੀ ਉਹ ਪੁਲਿਸ ਸਿਰਫ ਆਪਣੇ ਪੱਧਰ ਤੇ ਨਾ ਕਰੇ ਜੀ, ਸਗੋਂ ਉਹਨਾਂ ਨੂੰ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕਰਕੇ ਤੇ ਉਹਨਾਂ ਦੇ 164 ਦੇ ਬਿਆਨ ਦਰਜ ਕਰਵਾਏ ਜਾਣ। ਜੀ ਜਿਹੜੇ ਪੁਲਿਸ ਬਿਆਨ ਦਰਜ ਕਰਦੀ ਹੈ ਉਹ ਧਾਰਾ CRPC ਦੀ 161 61 ਦੇ ਹੁੰਦੀ ਅਧੀਨ ਹੈ, ਕਰਦੀ ਹੈ। 62 ਹੁੰਦੀ ਹੈ ਅਦਾਲਤ 'ਚ। 61 ਨਹੀਂ, 64 61 ਦੇ ਵਿੱਚ ਜਿਹੜੇ ਕੀਤੇ ਜਾਂਦੇ ਆ ਬਿਆਨ, ਉਹ ਪੁਲਿਸ ਆਪਣੀ ਮਰਜ਼ੀ ਨਾਲ ਆਪ ਬਿਆਨ ਲਿਖ ਲੈਂਦੀ ਹੈ ਤੇ ਬੰਦੇ ਦੇ ਦਸਤਖਤ ਨਹੀਂ ਕਰਵਾਏ ਜਾਂਦੇ। ਲੇਕਿਨ ਜਿਹੜੀ 164 ਦੀ ਕਾਰਵਾਈ ਹੈ ਜੀ, ਉਹਦੇ ਤੇ ਮੈਜਿਸਟ੍ਰੇਟ ਦਾ ਰੀਡਰ ਜਾਂ ਸਟੈਨੋ ਨਹੀਂ ਬਿਆਨ ਲਿਖਦਾ। ਮੈਜਿਸਟ੍ਰੇਟ ਆਪਣੇ ਹੱਥ ਨਾਲ ਬਿਆਨ ਲਿਖਦਾ ਹੈ ਜੀ, ਔਰ ਬੰਦੇ ਨੂੰ ਪੜ੍ਹ ਕੇ ਸੁਣਾਏ ਜਾਂਦੇ ਤੇ ਫਿਰ ਉਹਦੇ ਤੇ ਉਹਦੇ ਦਸਤਖਤ ਲਏ ਜਾਂਦੇ। ਇਨ ਕੇਸ ਜੇ ਗਵਾਹ ਗਵਾਹੀ ਮੁੱਕਰ ਜਾਂਦਾ ਹੈ ਜੀ, ਤਾਂ ਫਿਰ ਮੈਜਿਸਟ੍ਰੇਟ ਦੀ ਗਵਾਹੀ ਜਿਹੜੀ ਹੈਗੀ ਹੈ ਉਹ ਅਦਾਲਤ ਦੇ ਵਿੱਚ ਹੁੰਦੀ ਹੈ ਔਰ ਉਹ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਬੰਦੇ ਨੇ ਪਹਿਲਾਂ ਆਹ ਗੱਲ ਕਹੀ ਸੀ। ਜੀ, ਉਹਦੇ ਨਾਲ ਕੇਸ ਨੂੰ ਕੁਝ ਮਜ਼ਬੂਤੀ ਮਿਲਦੀ ਹੈ। ਇਸ ਵਾਸਤੇ ਮਾਨਯੋਗ ਅਦਾਲਤ ਨੇ ਉਦੋਂ ਇਹ ਵੀ ਕਿਹਾ ਸੀ ਕਿ ਇੱਕ ਜਿਹੜਾ ਹੈਗਾ ਹੋਰ ਮੈਜਿਸਟ੍ਰੇਟ ਜੀ, ਗੁਆਂਢੀ ਮੈਜਿਸਟ੍ਰੇਟ ਦੀ ਇਹਦੇ ਤੇ ਉਚੇਚੀ ਤੌਰ ਤੇ ਡਿਊਟੀ ਲਾਤੀ ਸੀ ਕਿ ਉਸ ਅਦਾਲਤ ਦੇ ਵਿੱਚ ਤੁਸੀਂ ਜਾ ਕੇ ਇਹ ਬਿਆਨ 164 ਤੇ ਕਰਵਾ ਸਕਦੇ ਜੀ। ਦੂਜਾ, ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਵੀ ਕਹੀ ਸੀ ਕਿ ਜਿਹੜੇ ਤੁਸੀਂ ਹੁਣ ਤੱਕ ਮੋਬਾਈਲ ਬਰਾਮਦ ਕੀਤੇ ਹੈ, ਫੋਨ ਬਰਾਮਦ ਕੀਤੇ ਹੈ, ਉਹਨਾਂ ਦੀ ਤੇ ਜਿਹੜੇ ਕੋਈ ਵੈਪਨ ਵਗੈਰਾ ਇਹਨਾਂ ਦੀ ਫੋਰੈਂਸਿਕ ਲੈਬ ਜਿਹੜੀ ਹੈਗੀ ਹੈ ਉਹਦੀਆਂ ਰਿਪੋਰਟਾਂ ਕੀ ਹੈ? ਜੀ, ਉਹਨਾਂ ਨੇ ਕਿਹਾ ਸੀ ਜੀ ਕੋਈ ਨਹੀਂ, ਰਿਪੋਰਟਾਂ ਪੇਸ਼ ਕਰ ਦੇਂਗੇ। ਉਹਨਾਂ ਨੇ ਕਿਹਾ ਨਹੀਂ, ਮਿਸੇ ਹੋਏ ਸਮੇਂ ਦੇ ਵਿੱਚ ਰਿਪੋਰਟਾਂ ਪੇਸ਼ ਕਰੋ, ਅਗਲੀ ਪੇਸ਼ੀ ਤੇ ਪੇਸ਼ ਕਰੋ। ਅਗਰ ਤੁਸੀਂ ਪੇਸ਼ ਨਹੀਂ ਕਰਨੇ ਤੇ ਅਸੀਂ ਆਪਣੇ ਪੱਧਰ ਤੇ ਹੁਕਮ ਦੇ ਦਿੰਦੇ ਹਾਂ। ਇਹ ਵੀ ਉਹਨਾਂ ਨੇ ਗੱਲ ਕਹੀ ਸੀ ਜੀ ਅਸੀਂ ਜ਼ਰੂਰ ਪੇਸ਼ ਕਰ ਦਿਆਂਗੇ। ਅਰਦਾਨੇ ਵਾਲੀ ਸਭ ਵਿੱਚ ਕਿਹੜੀ ਵੱਡੀ ਗੱਲ ਹੈ ਜੀ ਕਿ ਭਾਵੇਂ ਜੋਗੀ ਦੀ ਸਰਕਾਰ ਕੋਲੇ ਆਪਣਾ ਐਡਵੋਕੇਟ ਜਨਰਲ ਹੈ, ਵਕੀਲਾਂ ਦੀ ਇੱਕ ਪੂਰੀ ਫੌਜ ਹੈ, ਬੜੇ ਕਾਬਲ ਵਕੀਲ ਹੁੰਦੇ ਹੈ ਜਿਹੜੀਆਂ ਸਰਕਾਰਾਂ ਭਰਤੀ ਕਰਦੀਆਂ, ਲੇਕਿਨ ਇਸ ਕੇਸ ਦੇ ਵਿੱਚ ਇੱਕ ਵਿਲੱਖਣ ਗੱਲ ਇਹ ਹੈ ਕਿ ਭਾਰਤ ਸਰਕਾਰ ਦਾ ਸਭ ਤੋਂ ਵੱਡਾ, ਸਰਕਾਰ ਨਹੀਂ, ਭਾਰਤ ਦਾ ਸਭ ਤੋਂ ਵੱਡਾ ਵਕੀਲ, ਜੀ, ਸਭ ਤੋਂ ਮਹਿੰਗਾ ਵਕੀਲ, ਜਿਹਦੀ ਇੱਕ ਪੇਸ਼ੀ ਦੇ ਲੱਖਾਂ ਰੁਪਈਏ ਤੇ ਲੱਖਾਂ ਰੁਪਈਏ 2, 3 ਜਾਂ 4 ਨਹੀਂ, 20-30 ਲੱਖ ਰੁਪਈਆ ਪ੍ਰਤੀ ਪੇਸ਼ੀ ਜਿਹੜਾ ਬੰਦਾ ਆਪਣੀ ਫੀਸ ਲੈਂਦਾ ਹੈ ਜੀ, ਉਹਦਾ ਨਾਂ ਹੈ ਹਰੀਸ਼ ਸਾਲਵੇ। ਔਰ ਹਰੀਸ਼ ਸਾਲਵੇ ਜਿਹੜਾ ਹੈਗਾ ਇਹਨਾਂ ਨੇ ਆਪਣਾ ਯੂਪੀ ਦੀ ਸਰਕਾਰ ਨੇ ਆਪਣਾ ਵਕੀਲ ਅੰਗੇਜ਼ ਕੀਤਾ। ਉਹ ਜਾ ਕੇ ਵਕੀਲ ਉੱਥੇ ਪੁੱਛਦਾ ਤੇ ਉਸ ਵਕੀਲ ਨੇ ਕਹਿੰਦਾ ਸੀ ਕੋਈ ਗੱਲ ਨਹੀਂ ਜੀ, ਅਸੀਂ ਤੁਹਾਨੂੰ ਦੇ ਦਿਆਂਗੇ, ਲਿਆ ਕੇ ਸਾਰਾ ਕੁਝ ਜਿਹੜਾ ਹੈਗਾ ਸਾਡੇ ਕੋਲੇ ਉਹ ਦੇ ਦਿਆਂਗੇ। ਕੱਲ ਜਦੋਂ ਪੁੱਛਿਆ ਮਾਨਯੋਗ ਸੁਪਰੀਮ ਕੋਰਟ ਨੇ ਵੀ ਦੱਸੋ ਕੀ ਹੋਇਆ, ਨਹੀਂ ਜੀ ਹਾਲੇ ਰਿਪੋਰਟਾਂ ਮਿਲੀਆਂ ਨਹੀਂ। ਉਹ ਕਹਿੰਦੇ ਕੀ ਮਜ਼ਾਕ ਹੈ, ਸੁਪਰੀਮ ਕੋਰਟ ਕੋਲੇ ਤੁਸੀਂ ਕਹਿ ਕੇ ਗਏ ਹੋ ਤੇ ਹੁਣ ਤੱਕ ਉਹ ਕਿਉਂ ਨਹੀਂ ਦਿੱਤੀਆਂ ਗਈਆਂ? ਸੋ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸ਼ੁੱਕਰਵਾਰ ਤੱਕ ਇਹ ਸਾਰੀਆਂ ਰਿਪੋਰਟਾਂ ਸਾਡੇ ਕੋਲੇ ਆ ਜਾਣੀਆਂ ਚਾਹੀਦੀਆਂ, ਲੈ ਕੇ ਆਓ, ਤੁਸੀਂ ਜਵਾਬ ਦਿਓ। ਦੂਜੀ ਗੱਲ ਇਹ 'ਚ ਇਹ ਕਿ ਇੱਥੇ ਮੁਕੱਦਮੇ ਹੋਏ ਸੀ ਦਰਜ 2 ਜੀ। ਇੱਕ ਤਾਂ ਮੁਕੱਦਮਾ ਇਹ ਸੀ ਕਿ ਜਿਨ੍ਹਾਂ ਕਿਸਾਨਾਂ ਨੂੰ ਗੱਡੀ ਦੇ ਹੇਠ ਦਰੜਿਆ ਸੀ, ਹਾਂਜੀ। ਦਰੜਿਆ ਕਿਹਨੇ ਸੀਗਾ? ਜਿਹੜਾ ਆਸ਼ੀਸ਼ ਮਿਸ਼ਰਾ ਹੈ, ਕੇਂਦਰੀ ਗ੍ਰਹਿ ਮੰਤਰੀ ਦਾ ਮੁੰਡਾ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਮਿਸ਼ਰਾ ਦਾ ਜਿਹੜਾ ਮੁੰਡਾ ਹੈ, ਉਹਦੀਆਂ ਗੱਡੀਆਂ ਨੇ ਉਹਨਾਂ ਲੋਕਾਂ ਨੂੰ ਦਰੜਿਆ ਸੀ। ਉਹ ਇੱਕ ਤਾਂ ਮੁਕੱਦਮਾ ਉਹ ਹੈ। ਦੂਜਾ ਮੁਕੱਦਮਾ ਇਹ ਮੇਰਾ ਖਿਆਲ ਹੈ ਪਹਿਲਾਂ ਦਰਜ ਹੋਇਆ। ਦੂਜਾ ਮੁਕੱਦਮਾ ਇੱਕ ਅਜਿਹਾ ਹੈ ਜੀ ਜਿਹੜਾ ਮੁਕੱਦਮਾ ਕਹਿੰਦੇ ਆ ਵੀ ਮੌਬ ਲਿੰਚਿੰਗ ਹੋਈ ਹੈ, ਜਿਨ੍ਹਾਂ ਲੋਕਾਂ ਨੇ ਉਹ ਜੋ ਗੱਡੀਆਂ 'ਚ ਬੈਠੇ ਸੀ ਜਦੋਂ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਉਲਟੀਆਂ ਪੁਲਟੀਆਂ ਤੇ ਉਹ ਭੱਜਣ ਲੱਗੇ ਤੇ ਕਹਿੰਦੇ ਜੀ ਕੁੱਟ ਮਾਰ ਕੇ ਉਹਨਾਂ ਬੰਦਿਆਂ ਨੂੰ ਮਾਰਿਆ ਗਿਆ। ਇੱਕ ਪੱਤਰਕਾਰ ਦਾ ਵੀ ਕਤਲ ਹੋਇਆ। ਅੱਛਾ, ਉਹ ਪੱਤਰਕਾਰ ਵੀ ਮਰੇ। ਪਹਿਲੇ ਪੜਾਅ ਦੇ ਵਿੱਚ ਯੂਪੀ ਦੀ ਸਰਕਾਰ ਨੇ ਕਿਹਾ ਸੀ ਕਿ ਪੱਤਰਕਾਰ ਨੂੰ ਵੀ ਲੋਕਾਂ ਨੇ ਕੁੱਟ ਕੇ ਮਾਰਤਾ, ਲੇਕਿਨ ਕੱਲ ਬਦਲ ਗਿਆ ਕੰਮ। ਕੱਲ ਹਰੀਸ਼ ਸਾਲਵੇ ਯੂਪੀ ਦਾ ਜਿਹੜਾ ਵਕੀਲ ਹੈ ਉਹ ਕਹਿੰਦਾ ਜੀ ਨਹੀਂ, ਉਹ ਵੀ ਗੱਡੀ ਥੱਲੇ ਦਰੜ ਕੇ ਮਾਰਿਆ ਗਿਆ। ਇਹੀ ਗੱਲ ਉਹਦਾ ਪਰਿਵਾਰ ਕਹਿੰਦਾ ਸੀ। ਬਾਕੀ ਕਿਸਾਨਾਂ ਨੂੰ ਮੁਆਵਜ਼ਾ 49 ਲੱਖ ਰੁਪਏ ਦਾ ਦੇਤਾ ਸੀ ਚਾਰਾਂ ਨੂੰ, ਲੇਕਿਨ ਉਸ ਪੱਤਰਕਾਰ ਨੂੰ ਨਹੀਂ ਸੀ। ਤਾਂ ਪੱਤਰਕਾਰ ਦੇ ਪਰਿਵਾਰ ਨੂੰ ਜਿਹੜੀ ਰਾਹਤ ਮਿਲੀ ਹੈ ਉਹ ਕਾਂਗਰਸ ਪਾਰਟੀ ਦੀ ਜਿਹੜੀ ਲੀਡਰ ਹੈ ਪ੍ਰਿੰਕਾ ਗਾਂਧੀ ਵਾਡਰਾ
ਤੇ ਰਾਹੁਲ ਗਾਂਧੀ ਜਦੋਂ ਆਪਣੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਔਰ ਸਤੀਸ਼ ਬਘੇਲ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਆ, ਉਹਨਾਂ ਨੂੰ ਨਾਲ ਲੈ ਕੇ ਗਏ ਤਾਂ ਉਸ ਵੇਲੇ ਜੀ ਇਹਨਾਂ ਦੋਨਾਂ ਸਰਕਾਰਾਂ ਨੇ ਸਾਰੇ ਮ੍ਰਿਤਕਾਂ ਨੂੰ, ਜਿਹੜੇ 4 ਮ੍ਰਿਤਕ ਹੈਗੇ, ਉਹਨਾਂ ਨੂੰ 50-50 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਸੀ, ਨਾਲ ਜੀ। ਪੱਤਰਕਾਰ ਨੂੰ ਵੀ ਕੀਤਾ ਸੀ। ਪੱਤਰਕਾਰ ਨੂੰ ਕੀਤਾ ਔਰ ਇਹ ਇੱਕ ਵੱਡੀ ਗੱਲ ਹੈ ਕਿ ਕੱਲ ਸਾਡੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਹੋਇਆ, ਜੀ। ਉਸ ਸੈਸ਼ਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਤਾਂ ਸ਼ਰਧਾਂਜਲੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ, ਨਾਲ ਪੱਤਰਕਾਰ ਨੂੰ ਵੀ ਕੀਤੀ। ਉਹ ਵੈਰੀ ਗੁੱਡ ਜੀ। ਇਹ ਪੰਜਾਬ ਦੀ ਅਸੈਂਬਲੀ ਦਾ ਮੈਂ ਸਮਝਦਾ ਕਿ ਬਹੁਤ ਵਧੀਆ ਸਿਆਣਾ ਫੈਸਲਾ ਸੀ ਕਿ ਉਸ ਪੱਤਰਕਾਰ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇ। ਲੇਕਿਨ ਹਰੀਸ਼ ਜਿਹੜੇ ਹੈਗੇ ਸਾਲਵੇ ਸਾਹਿਬ ਕੱਲ ਮੰਨ ਗਏ ਜੀ, ਕਹਿੰਦੇ ਜੀ ਉਹ ਪੱਤਰਕਾਰ ਵੀ ਦਰੜ ਕੇ ਮਾਰਿਆ ਗਿਆ ਸੀ। ਸੀ। ਇੱਕ ਗੱਲ ਤਾਂ ਇਹ ਜਿਹੜੀ ਪਹਿਲਾਂ ਕਿਸਾਨਾਂ ਦੇ ਸਿਰ ਲਾਇਆ ਜਾਂਦਾ ਸੀ, ਦੂਜਾ ਉਹਦੇ 'ਚ ਇਹ ਗੱਲ ਇੱਕ ਹੋਰ ਹੈ, ਇੱਕ ਉੱਥੇ ਲੇਡੀ ਹੈ ਜੀ, ਇੱਕ ਬੀਬੀ ਹੈ, ਉਹਦੇ ਘਰ ਵਾਲਾ ਬੀਜੇਪੀ ਦਾ ਵਰਕਰ ਸੀ। ਉਹ ਕਹਿੰਦੇ ਵੀ ਉਹਨੂੰ ਵੀ ਕੁੱਟ ਕੇ ਮਾਰਤਾ ਸੀ ਜੀ, ਲੇਕਿਨ ਉਹਨੇ ਵਕੀਲ ਕੀਤਾ ਇੱਕ ਸੁਪਰੀਮ ਕੋਰਟ ਦੇ ਵਿੱਚ। ਅੱਛਾ ਜੀ। ਉਹਦਾ ਵਕੀਲ ਕਹਿੰਦਾ ਜੀ ਸਾਡੇ ਬੰਦੇ ਨੂੰ ਮਾਬ ਲਿੰਚਿੰਗ ਨਹੀਂ ਹੋਈ, ਉਹ ਇੱਕ ਤਸਵੀਰ ਦਿਖਾ ਰਿਹਾ ਹੈ, ਜਿਹੜੀ ਉਹ ਤਸਵੀਰ ਦਿਖਾ ਰਿਹਾ ਹੈ, ਤਸਵੀਰ ਉਹਦੀ ਵਾਈਫ ਵੱਲੋਂ ਦਿੱਤੀ ਗਈ ਹੈ ਕਿ ਜਦੋਂ ਇਹ ਸਾਰਾ ਹਾਦਸਾ ਹੋਇਆ ਉਸ ਤੋਂ ਬਾਅਦ ਇਹ ਬੰਦਾ ਪੁਲਿਸ ਦੀ ਕਸਟਡੀ ਦੇ ਵਿੱਚ ਕਸਟਡੀ ਸੀਗਾ। ਹਾਂ, ਕਿਸਾਨ ਵੀ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਉੱਥੇ ਮੌਕੇ ਤੇ ਸੀ, ਅਸੀਂ ਉਹਨਾਂ ਨੂੰ ਫੜ ਕੇ ਪੁਲਿਸ ਦੀ ਕਸਟਡੀ 'ਚ ਦੇਤਾ ਸੀ, ਪੁਲਿਸ ਦੇ ਹਵਾਲੇ ਕਰਤਾ ਸੀ, ਜਾਂ ਤਾਂ ਪੁਲਿਸ ਉਹਨਾਂ ਨੂੰ ਵਕਤ ਸਿਰ ਜਿਹੜੀ ਹੈ ਹਸਪਤਾਲ ਨਹੀਂ ਲੈ ਕੇ ਗਈ। ਪੁਲਿਸ ਕਸਟੋਡੀਅਲ ਡੈਥ ਹੋਈ ਹੈ। ਪੁਲਿਸ ਚਾਹੁੰਦੀ ਸੀ ਕਿ ਇਹ ਬੰਦਿਆਂ ਨੂੰ ਹਸਪਤਾਲ ਦੇ ਵਿੱਚੋਂ ਕੋਈ ਮੈਡੀਕਲ ਮਦਦ ਨਾ ਮਿਲੇ ਔਰ ਇਹ ਬਾਹਰ ਹੀ ਮਰ ਜਾਣ, ਤਾਂ ਕਿ ਕਿਸਾਨਾਂ ਤੇ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਉਧਰ ਗ੍ਰਹਿ ਰਾਜ ਮੰਤਰੀ ਦਾ ਮੁੰਡਾ ਹੈ, ਉਹਨੂੰ ਬਚਾਉਣਾ ਵੀ ਸੀ। ਨਾਲ ਬੀਬੀ ਨੇ ਕਿਹਾ ਕਿ ਜੇ ਮੇਰਾ ਪਤੀ ਪੁਲਿਸ ਦੀ ਹਾਜ਼ਰੀ 'ਚ ਖੜੋਤਾ ਹੈ, ਪੁਲਿਸ ਦੀ ਕਸਟਡੀ 'ਚ ਖੜੋਤਾ ਹੈ, ਪੁਲਿਸ ਦੇ ਕੋਲੇ, ਤਾਂ ਫਿਰ ਬਾਅਦ 'ਚ ਮਰਿਆ ਕਿਵੇਂ? ਇਹਦੀ ਪੜਤਾਲ ਜਿਹੜੀ ਹੈ ਕਹਿੰਦੀ ਇਹ CBI ਤੋਂ ਕਰਵਾਈ ਜਾਵੇ, ਉਹਦੀ ਡਿਮਾਂਡ ਹੈ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਸਿਰਫ ਦਿੱਤਾ ਕਿ CBI ਨਹੀਂ, ਕਿਉਂਕਿ ਸੁਪਰੀਮ ਕੋਰਟ ਨੂੰ CBI ਦੀ ਕ੍ਰੈਡੀਬਿਲਿਟੀ ਦਾ ਵੀ ਪਤਾ ਹੈ, ਕਿਉਂਕਿ ਇਹੀ ਸੁਪਰੀਮ ਕੋਰਟ ਕਹਿ ਚੁੱਕੀ ਹੈ ਇਹਨੂੰ, CBI ਨੂੰ ਪਿੰਜਰੇ ਦਾ ਤੋਤਾ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੀ। ਹੁਣ CBI ਜਿਹੜੀ ਹੈਗੀ ਹੈ ਡਾਇਰੈਕਟ ਕੇਂਦਰ ਦੇ ਮਤਹਿਤ ਹੈ ਜੀ, ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖਿਲਾਫ CBI ਜਾਊਗੀ ਕਿਵੇਂ? ਇੱਥੋਂ ਤੱਕ ਕਿ ਯੂਪੀ ਦੀ ਪੁਲਿਸ ਬਾਰੇ ਵੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਮਦਦ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਜਿਹੜਾ ਹੈਗਾ 2 FIR ਹੈ, ਦੋਨਾਂ FIR ਨੂੰ ਰਲ ਕੱਢ ਕਰਕੇ ਤੁਸੀਂ ਇਕੱਠੀ ਜਾਂਚ ਕਰ ਰਹੇ ਹੋ, ਇਹ ਗਲਤ ਹੈ। ਕਹਿੰਦੇ ਤੁਸੀਂ ਜਿਹੜੀ ਜਿੱਥੇ ਕਿਸਾਨ ਦਰੜੇ ਤੇ ਮਾਰੇ ਹੈ ਉਹਨਾਂ ਦੀ ਐਵੀਡੈਂਸ ਜਿਹੜੀ ਕਲੈਕਟ ਕਰਕੇ ਉਸ ਐਵੀਡੈਂਸ ਦੇ ਆਧਾਰ ਦੇ ਉੱਤੇ ਤੁਸੀਂ ਮੁਲਜ਼ਮ ਨੂੰ, ਮੁੱਖ ਮੁਲਜ਼ਮ ਹੈ ਜਿਹੜਾ ਆਸ਼ੀਸ਼ ਮਿਸ਼ਰਾ, ਨਾਂ ਨਹੀਂ ਲਿਆ ਅਦਾਲਤ ਨੇ, ਪਰ ਮਤਲਬ ਉਹਦਾ ਇਹੀ ਹੈ ਕਿ ਮੁੱਖ ਮੁਲਜ਼ਮ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ। ਉਹ ਜਿਹੜੀ ਹੈਗੀ ਹੈ, ਜਿਹੜੀਆਂ ਕਮੀਆਂ ਪੇਸ਼ੀਆਂ ਉਸ ਕੇਸ ਦੇ ਵਿੱਚ ਆ, ਉਹ ਪੂਰੀਆਂ ਕਰਨੀਆਂ ਕਿਸਾਨਾਂ ਨੂੰ ਫਸਾਉਣ ਵਾਸਤੇ ਜੀ। ਸੋ ਸੁਪਰੀਮ ਕੋਰਟ ਇਸ ਗੱਲ ਤੇ ਵੀ ਦੁਖੀ ਹੈ। ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਐ ਨਹੀਂ ਗੱਡੀ ਚੱਲਣੀ। ਜਿਹੜੀ ਇੱਕ ਉੱਥੇ ਆਪਣੀ ਬਣੀ ਹੋਈ ਹੈ ਕਮੇਟੀ ਹੈ, ਜੁਡੀਸ਼ੀਅਲ ਕਮੇਟੀ, ਜਿਹੜੀ ਨਿਗਰਾਨੀ ਰੱਖਣ ਵਾਲੀ ਹੈ, ਸੁਪਰੀਮ ਕੋਰਟ ਜੇ ਹੁਣ ਬਾਰ-ਬਾਰ ਕਹਿ ਰਹੀ ਹੈ, ਤੇ ਨਿਗਰਾਨੀ ਕਮੇਟੀ ਦਾ ਵੀ ਉਹਦੇ ਤੇ ਕਿੰਨਾ ਕੁ ਦਬਾਅ ਹੈ ਜੀ। ਯੂਪੀ ਦਾ ਪੁਲਿਸ ਪਰਵਾਹ ਨਹੀਂ ਕਰਦੀ। ਔਰ ਇਹਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਪਿਛਲੇ ਦਿਨਾਂ 'ਚ ਮਿਸਟਰ ਅਮਿਤ ਸ਼ਾਹ ਜਦੋਂ ਯੂਪੀ 'ਚ ਗਏ ਹੈ ਜੀ, ਤੇ ਉਹਨਾਂ ਨੇ ਉਸੇ ਅਜੇ ਮਿਸ਼ਰਾ ਨੂੰ, ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ, ਆਪਣੇ ਨਾਲ ਖੜਾ ਕਰਕੇ ਭਾਸ਼ਣ ਕੀਤਾ ਹੈ, ਦੱਸਿਆ ਕਿ ਮੈਂ ਇਹਦੇ ਨਾਲ ਖੜਾ। ਜਦੋਂ ਗ੍ਰਹਿ ਮੰਤਰੀ ਨਾਲ ਖੜਨ ਦਾ ਮਤਲਬ ਹੀ ਹੈ ਵੀ ਮੈਂ ਨਾਲ ਆ, ਨਾਲ ਕਰ ਲਓ, ਜਿਹੜਾ ਕੋਈ ਉਹਦਾ ਮਤਲਬ ਹੈ ਜਿਹੜਾ ਕੁਛ ਮਰਜ਼ੀ ਹੈ, ਉਹ ਇੱਕ ਇਸ਼ਾਰਾ ਦੇਤਾ, ਉਹ ਗੱਲ ਵੀ ਆ ਗਈ। ਔਰ ਬਾਅਦ ਦੇ ਵਿੱਚ ਤੁਸੀਂ ਦੇਖਣਾ ਕਿ ਪਿਛਲੇ ਦਿਨੀ ਇਸੇ ਆਸ਼ੀਸ਼ ਮਿਸ਼ਰਾ, ਆਪਣੇ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਮੇਰੇ ਘਰ ਆਓ ਜੀ, ਤੇ ਆਪਾਂ ਜਿਹੜੀ ਤੁਹਾਡੀ ਝੋਨੇ ਦੀ ਖਰੀਦ ਹੈ ਇਹਨੂੰ ਸੁਚਾਰੂ ਢੰਗ ਨਾਲ ਜਿਹੜੀ ਹੈ ਗੱਲਬਾਤ ਕਰਨੀ ਹੈ ਜੀ। ਲੇਕਿਨ ਕਿਸਾਨਾਂ ਨੇ ਜਵਾਬ ਦਿੱਤਾ, ਉਹਨਾਂ ਨੇ ਕਹਿੰਦਾ ਜੀ ਅਸੀਂ ਨਹੀਂ ਆਉਂਦੇ, ਕਿਉਂਕਿ ਤੇਰਾ ਮੁੰਡਾ ਕਤਲ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਹੈ ਤੇ ਤੂੰ ਵੀ ਇਹਦੇ 'ਚ ਇਨਵੋਲਵਡ ਹੈ। ਜਿਹੜਾ ਬੰਦਾ ਆਪ ਮੁਲਜ਼ਮ ਹੈ ਉਹਦੇ ਕੋਲੇ ਅਸੀਂ ਜਾਈਏ ਕਿਉਂ? ਇੱਥੋਂ ਹੌਸਲੇ ਦਾ ਪਤਾ ਲੱਗਦਾ ਵੀ ਕੀ ਹੁੰਦਾ ਹੈ। ਹੁਣ ਸੁਪਰੀਮ ਕੋਰਟ ਨੇ ਜਿਹੜੀ ਅਗਲੀ ਗੱਲ ਕਹੀ ਹੈ ਨਾ, ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਐ ਨਹੀਂ ਗੱਡੀ ਚੱਲਣੀ, ਇਹ ਤਾਂ ਹੈ ਨਹੀਂ ਅਸੀਂ CBI ਨੂੰ ਕੇਸ ਦੇ ਦਈਏ, ਇਹ ਵੀ ਨਹੀਂ ਵੀ ਅਸੀਂ ਖੁੱਲੀ ਛੱਡ ਦਈਏ, ਇਸ ਕੇਸ ਦੀ ਜਿਹੜੀ ਹੈਗੀ ਨਿਗਰਾਨੀ ਕੌਣ ਕਰੇ? ਉਹਨਾਂ ਨੇ ਕਿਹਾ ਫਿਰ ਯੂਪੀ ਦਾ ਨਹੀਂ, ਕਿਸੇ ਬਾਹਰਲੀ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਨੂੰ ਇਹਦਾ ਨਿਗਰਾਨ ਲਾਇਆ ਜਾਵੇ। ਤੇ ਕਿਹਨੂੰ ਲਾਇਆ ਜਾਵੇ? ਜਸਟਿਸ ਸੂਰਿਆਕਾਂਤ ਨੇ ਫਿਰ 2 ਨਾਂ ਸੁਜੈਸਟ ਕੀਤੇ ਹੈ। ਇੱਕ ਹੈ ਮਿਸਟਰ ਰਾਕੇਸ਼ ਕੁਮਾਰ ਜੈਨ, ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਹੈ, ਤੇ ਦੂਜੇ ਹੈਗੇ ਜਸਟਿਸ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਹੈ, ਔਰ ਉਸ ਪੜਤਾਲ ਨੂੰ ਰੱਦ ਕਰਵਾਉਣ ਵਾਸਤੇ ਅੱਡੀਆਂ ਤੱਕ ਦਾ ਜ਼ੋਰ ਲੱਗ ਗਿਆ ਸੀ, ਵੱਡੇ ਵੱਡੇ ਪੁਲਿਸ ਅਧਿਕਾਰੀਆਂ ਦਾ, ਵੱਡੇ ਵੱਡੇ ਲੋਕਾਂ ਦਾ, ਉਹਨੂੰ ਰੱਦ ਨਹੀਂ ਕੀਤਾ ਸੀ। ਔਰ ਇਹ ਗੱਲ ਕਹੀ ਹੈ ਜਸਟਿਸ ਸੂਰਿਆਕਾਂਤ ਨੇ ਜੀ ਕਿ ਜਿਹੜੇ ਜਸਟਿਸ
ਰਣਜੀਤ ਸਿੰਘ ਹੈ, ਉਹਨਾਂ ਦਾ ਵਕਾਰ ਬੜਾ ਤਕੜਾ ਹੈ। ਅੱਛਾ ਜੀ। ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਫੌਜ ਨਾਲ ਜੁੜਦਾ ਹੈ। ਇਸ ਵਾਸਤੇ ਉਹ ਬੰਦਾ ਦਬਾਅ 'ਚ ਨਹੀਂ ਹੁੰਦਾ ਤੇ ਗਲਤ ਕੰਮ ਨਹੀਂ ਕਰਦਾ ਜੀ। ਇਹਦੇ ਤੇ ਉਹਨਾਂ ਨੇ ਕਿਹਾ ਵੀ ਦੱਸੋ ਕੀ ਹੈ। ਤਾਂ ਸਾਲਵੇ ਸਾਹਿਬ ਨੇ ਹੁਣ ਕਿਹਾ ਕਿ ਜੀ ਅਸੀਂ ਤੁਹਾਨੂੰ ਫਿਰ ਇਹਦਾ ਦੱਸਾਂਗੇ। ਤੇ ਮਾਣਯੋਗ ਸੁਪਰੀਮ ਕੋਰਟ ਨੇ ਹੁਣ ਸ਼ੁੱਕਰਵਾਰ ਦਾ ਟਾਈਮ ਦਿੱਤਾ ਹੈ ਜੀ ਕਿ ਸ਼ੁੱਕਰਵਾਰ ਤੱਕ ਤੁਸੀਂ ਆ ਕੇ ਇਹਦੇ ਤੇ ਦੱਸੋ ਤੁਸੀਂ ਇਹਦੇ ਤੇ ਤੁਹਾਡੀ ਸਰਕਾਰ ਸਹਿਮਤ ਹੁੰਦੀ ਹੈ ਜਾਂ ਨਹੀਂ ਹੁੰਦੀ। ਮੇਰਾ ਖਿਆਲ ਹੈ ਵੀ ਇੱਕ ਵਾਰੀ ਸਰਕਾਰ ਦੀ ਸਹਿਮਤੀ ਲੈਣੀ ਹੈ ਕਿ ਸਰਕਾਰ ਆਪਣੇ ਆਪ ਨਿਯੁਕਤ ਕਰਦੀ ਹੈ। ਜੀ। ਜੇ ਸਰਕਾਰ ਨਿਯੁਕਤ ਨਹੀਂ ਕਰਦੀ ਤਾਂ ਪੋਸੀਬਿਲਿਟੀ ਹੈ ਫਿਰ ਸੁਪਰੀਮ ਕੋਰਟ ਆਪਣੇ ਪੱਧਰ ਦੇ ਉੱਤੇ ਕੋਈ ਹੁਕਮ ਦੇ ਦੇ। ਜੀ। ਲੇਕਿਨ ਜਿਹੜੀਆਂ ਵਾਰ-ਵਾਰ ਗੱਲਾਂ ਕਹਿ ਰਹੇ ਸੀ, ਪਹਿਲਾਂ ਇਹ ਕਹਿੰਦੇ ਸੀਗੇ ਜਿਹੜਾ ਉਹ ਆਪਣਾ ਤੁਹਾਡਾ ਮੇਨ ਮੁਲਜ਼ਮ ਹੈ, ਮੇਨ ਮੁਲਜ਼ਮ ਕਹਿੰਦਾ ਸੀਗਾ ਮੈਂ ਤਾਂ ਜੀ ਉਹਦੇ ਉੱਥੇ ਆਇਆ ਹੀ ਨਹੀਂ। ਕੇਸ਼ਵ ਪ੍ਰਸਾਦ ਮੌਰੀਆ ਨੇ ਸਾਡੇ ਪਿੰਡ ਆਉਣਾ ਸੀ ਜੀ ਤੇ ਉੱਥੇ ਦੰਗਲ ਹੋਣਾ ਸੀ, ਘੋਲ ਹੋਣਾ ਸੀ, ਮੈਂ ਤਾਂ ਉਸ ਥਾਂ ਦੇ ਉੱਤੇ ਸੀ। ਚਲਾ ਗਿਆ। ਜਦੋਂ ਪੁਲਿਸ ਕੋਲੇ ਗਿਆ ਉਹਨੇ ਜਾ ਕੇ ਝੂਠੇ ਸੱਚੇ ਕੁਝ ਆਪਣੇ ਡਾਕੂਮੈਂਟਸ ਵੀ ਦਿੱਤੇ, ਪੇਸ਼ ਕੀਤੇ। ਹਾਂਜੀ। ਲੇਕਿਨ ਕਿਉਂਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਸਾਰਾ ਕੁਝ ਹੋ ਰਿਹਾ ਸੀ, ਪੁਲਿਸ ਪਾਰਟੀ ਨੇ ਜਿਹੜੀ SIT ਸੀ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ, ਗ੍ਰਿਫਤਾਰੀ ਉਹਦੀ ਹੋ ਗਈ। ਜੀ। ਫਿਰ ਉਹਨੇ ਕਿਹਾ ਸੀਗਾ ਜੀ ਮੇਰਾ ਤਾਂ ਉੱਥੇ ਖੜਨ ਦਾ ਮਤਲਬ ਹੀ ਕੋਈ ਨਹੀਂ। ਹੁਣ ਕੁਝ ਨਵੀਆਂ ਜਿਹੜੀਆਂ ਹੈਗੀਆਂ ਲੀਡਰਸ ਵੀ ਆ ਗਈਆਂ। ਜੀ। ਉਹ ਕਹਿੰਦੇ ਸੀ ਕਿਸਾਨਾਂ ਦਾ ਇਲਜ਼ਾਮ ਸੀ ਕਿ ਗੋਲੀ ਚੱਲੀ ਹੈ ਉੱਥੇ। ਉਹ ਕਹਿੰਦੇ ਸੀ ਗੋਲੀ ਤਾਂ ਚੱਲੀ ਨਹੀਂ, ਲੇਕਿਨ ਜਿਹੜੇ ਉਹਦੇ ਵੈਪਨ ਹੈ ਤੇ ਉਹਦੇ ਦੋਸਤ ਦੇ ਵੈਪਨ ਹੈ ਉਹ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ ਸੀ। ਉਹਨਾਂ ਦੀ ਕਹਿੰਦੇ FSL ਰਿਪੋਰਟ ਆ ਗਈ ਹੈ ਕਿ ਉਹ ਵੈਪਨ ਚੱਲੇ ਹੈ, ਗੋਲੀ ਚੱਲੀ। ਜੇ ਉਹਨਾਂ ਵੈਪਨਸ ਦੇ ਵਿੱਚੋਂ ਗੋਲੀ ਚੱਲੀ ਹੈ ਤਾਂ ਹੁਣ ਤਾਂ ਮੇਰਾ ਖਿਆਲ ਹੈ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ। ਇਸ ਕਰਕੇ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ, ਕਿਉਂਕਿ ਜੇ ਸੁਪਰੀਮ ਕੋਰਟ ਨਾ ਹੁੰਦੀ, ਨਿਗਰਾਨੀ ਇਸ ਕੇਸ ਦੀ ਸੁਪਰੀਮ ਕੋਰਟ ਨਾ ਹੁੰਦੀ, ਨਾ ਤਾਂ ਉਹਨੇ ਫੜਿਆ ਜਾਣਾ ਸੀ ਸ਼ੀਸ਼ ਮਿਸ਼ਰਾ ਨੇ, ਨਾ ਕਿਸੇ ਨੇ ਇੰਨਾ ਕੁਛ ਹੋਣਾ ਸੀ। ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਦੇ ਬਾਵਜੂਦ, ਉਹਦੀ ਨਿਗਰਾਨੀ ਦੇ ਬਾਵਜੂਦ ਵੀ ਜੇ ਮਤਲਬ ਇੰਨਾ ਕੁਛ ਹੋ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਜੋਗੀ ਸਰਕਾਰ ਜਿਹੜੀ ਹੈਗੀ ਸਮਝਦੀ ਸੁਪਰੀਮ ਕੋਰਟ ਨੂੰ ਵੀ ਟਿੱਚ ਹੈ। ਲੇਕਿਨ ਸੁਪਰੀਮ ਕੋਰਟ ਤਾਂ ਫਿਰ ਸੁਪਰੀਮ ਹੈ ਨਾ, ਸੁਪਰੀਮ ਹੈ, ਬਿਲਕੁਲ ਉਹ ਸੁਪਰੀਮ ਹੈ। ਔਰ ਇਤਫਾਕ ਇਹ ਹੈ ਕਿ ਜਸਟਿਸ ਰਮਨਾ ਸਾਹਿਬ ਇਸ ਵੇਲੇ ਚੀਫ ਜਸਟਿਸ ਹੈ, ਜਿਹੜੇ ਬਿਲਕੁਲ ਬੇਬਾਕੀ ਦੇ ਨਾਲ ਔਰ ਠੀਕ ਤਰੀਕੇ ਦੇ ਨਾਲ ਜੁਡੀਸ਼ਰੀ ਦਾ ਜਿਹੜਾ ਸਟੇਟਸ ਹੈ, ਉਹ ਸਟੇਟਸ ਦਾ ਉਹਨਾਂ ਨੂੰ ਖਿਆਲ ਹੈ ਕਿ ਜੁਡੀਸ਼ਰੀ ਦੇ ਸਟੇਟਸ ਦੇ ਉੱਤੇ ਕਿਸੇ ਕਿਸਮ ਦੀ ਆਂਚ ਨਾ ਆਵੇ, ਤਾਂ ਇਹ ਗੱਲ ਥੋੜੀ ਜਿਹੀ ਅੱਗੇ ਵਧ ਰਹੀ ਹੈ। ਜੀ ਜੀ। ਚਲੋ ਸਰ, ਇੱਕ ਬੜੀ ਅਹਿਮ ਗੱਲ ਹੈ ਕਿ ਅੱਜ ਕੱਲ੍ਹ ਫੇਰ ਥੋੜ੍ਹਾ ਜਿਹਾ ਜਿਹੜੇ ਨੇ ਅੱਜ ਕੱਲ੍ਹ ਨਹੀਂ ਲਗਾਤਾਰ ਹੀ ਜਿਹੜੀ ਹੈ, ਜਿਵੇਂ ਕਹਿੰਦੇ ਹੁੰਦੇ ਨੇ ਪੁਰਾਣੇ ਲਿਸਟਰਿੰਗਾਂ ਦਾ ਗਵਰਨਰ ਬਣ ਦਿੰਦੇ ਸੀ, ਇੱਕੋ ਹੀ RPM ਤੇ ਚੱਲਦਾ ਸੀ, ਉਹ ਵੀ ਨਾ ਘਟਦਾ ਸੀ, ਜ਼ਰੂਰ ਵੱਧ ਜਾਂਦਾ ਸੀ ਤਾਂ ਗੱਟੇ ਗੁੱਟੇ ਖਿਲਾਰ ਦਿੰਦਾ, ਕਈ ਵਾਰੀ ਕਿੱਲੀ ਗੁੱਲੀ ਨਿਕਲ ਜਾਂਦੀ। ਉਹੀ ਸਥਿਤੀ ਮੈਨੂੰ ਲੱਗਦਾ ਕਾਂਗਰਸ ਦੇ ਪ੍ਰਧਾਨ ਸਾਹਿਬ ਦੀ ਹੋਈ ਪਈ ਹੈ। ਕਹਿੰਦੇ ਪੰਜਾਬ ਸਰਕਾਰ ਕੋਲ ਇੱਛਾ ਸ਼ਕਤੀ ਦੀ ਘਾਟ ਹੈ। ਪਰ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜਾ ਹੈਗਾ, ਉਹਨਾਂ ਨੇ ਨਵਜੋਤ ਸਿੱਧੂ ਦੇ ਉੱਤੇ ਸਿੱਧਾ ਬੜਾ ਇਲਜ਼ਾਮ ਲਾਇਆ। ਕਹਿੰਦੇ ਉਹ ਰਾਮ ਰਹੀਮ ਦੇ ਪੈਰੀ ਪੈਣ ਵਾਲਾ, ਰਾਧੇ ਮਾਂ ਤੇ ਆਸਾ ਰਾਮ ਦਾ ਚੇਲਾ ਹੈ, ਉਹ ਗੁਰੂ ਸਾਹਿਬ ਦਾ ਭਗਤ ਨਹੀਂ। ਨਹੀਂ, ਬਿਕਰਮ ਸਿੰਘ ਮਜੀਠੀਆ ਦਾ ਜੋ ਮਰਜ਼ੀ ਕਹੀ ਜਾਵੇ, ਇਹ ਉਹਦਾ ਮਾਮਲਾ ਹੈ। ਲੇਕਿਨ ਸਵਾਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਆਪੋਜੀਸ਼ਨ ਦੇ ਵਿੱਚ ਹੈ। ਜੇ ਆਪਾਂ ਰਾਮ ਰਹੀਮ ਦੀ ਗੱਲ ਕਰੀਏ ਤਾਂ ਰਾਮ ਰਹੀਮ ਦੇ ਚੇਲੇ ਤਾਂ ਫਿਰ ਬਹੁਤ ਸਾਰੇ। ਬਿਕਰਮ ਸਿੰਘ ਮਜੀਠੀਆ ਉਧਰਲੇ ਪਾਸੇ ਵੀ ਨਿਗਾਹ ਮਾਰ ਲੇ, ਆਪ ਵੀ ਗਏ, ਸਾਰਾ ਟੱਬਰ ਹੱਥ ਬੰਨ੍ਹੀ ਖੜਾ ਸੀ ਰਾਮ ਰਹੀਮ ਦੇ ਸਾਹਮਣੇ। ਤੇ ਆਸਾ ਰਾਮ ਨੂੰ ਵੀ ਬਾਪੂ ਜੀ ਕਹਿ ਕੇ ਸੰਬੋਧਨ ਕੀਤਾ ਸੀ, ਵੱਡੇ ਬਾਪੂ ਨੇ। ਜੀ। ਕਿਸੇ ਹੋਰ ਨੇ ਨਹੀਂ। RSS ਦਾ ਮੁਖੀ ਸੁਦਰਸ਼ਨ ਆਇਆ ਸੀ, ਉਹਦੇ ਗੋਡੀ ਹੱਥ ਵੀ ਲਾਏ ਗਏ ਸੀ। ਇਹ ਸਾਰੀਆਂ ਗੱਲਾਂ ਆਪਦੀ ਥਾਂ ਦੇ ਉੱਤੇ ਹੈ, ਕਿਉਂਕਿ ਸ਼ੀਸ਼ੇ ਦੇ ਮਹਿਲ ਦੇ ਵਿੱਚ ਰਹਿ ਕੇ ਕਦੇ ਜੇ ਦੂਜੇ ਦੇ ਪੱਥਰ ਮਾਰਾਂਗੇ ਤਾਂ ਉਹ ਆਪਦੀ ਥਾਂ ਤੇ ਹੈ ਜੀ। ਲੇਕਿਨ ਕੁਝ ਇੱਕ ਗੱਲਾਂ ਹੈ ਜਿਹੜੀਆਂ ਗੱਲਾਂ ਦਾ ਜਵਾਬ ਦੇਣਾ ਬਣਦਾ, ਉਹ ਇਹ ਹੈ ਕਿ ਹੁਣ ਇਹ ਤਾਂ ਹੈਗੇ ਬਿਕਰਮ ਸਿੰਘ ਮਜੀਠੀਆ ਬਾਹਰ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਸੀ ਜੀ, ਉਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਜਿਹਨੇ ਵਿਰੋਧ ਕੀਤਾ ਸੀ ਉਹਦਾ ਨਾਮ ਅਮਰਿੰਦਰ ਸਿੰਘ ਹੈ ਜੀ। ਤੇ ਅਮਰਿੰਦਰ ਸਿੰਘ ਨੇ ਕਿਹਾ ਸੀ ਨਾ ਬਣਾਓ। ਤੇ ਜਦੋਂ ਹੁਣ ਤੁਸੀਂ ਬਣਾ ਹੀ ਦਿੱਤਾ, ਉਹਨੇ ਇੱਕ ਚਿੱਠੀ ਲਿਖੀ ਸੀ, ਉਹ ਕਹਿੰਦਾ ਸੀ ਇਹ ਤੁਹਾਨੂੰ ਬਰਬਾਦ ਕਰ ਦੂ ਜੀ। ਅਗਲੀ ਗੱਲ ਮੈਨੂੰ ਨਹੀਂ ਪਤਾ ਵੀ ਉਹ ਕਾਂਗਰਸ ਨੂੰ ਬਰਬਾਦ ਕਰੂ ਜਾਂ ਨਹੀਂ ਕਰੂ, ਲੇਕਿਨ ਇੱਕ ਗੱਲ ਇਹ ਹੈ ਕਿ ਜਦੋਂ ਵੀ ਕੈਬਨਿਟ ਦੀ ਮੀਟਿੰਗ ਹੋਣੀ ਹੁੰਦੀ ਹੈ ਜੀ, ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੁੰਦਾ ਹੈ, ਐਨ ਠੀਕ ਉਸ ਵੇਲੇ ਜਿਹੜੇ ਹੈਗੇ ਸਿੱਧੂ ਸਾਹਿਬ ਬੋਲਦੇ ਜੀ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਸਾਹਿਬ ਜਦੋਂ ਬੋਲੇ ਸੀ, ਉਸ ਵੇਲੇ ਹਰੀਸ਼ ਚੌਧਰੀ ਜਿਹੜਾ ਪੰਜਾਬ ਦੀ ਕਾਂਗਰਸ ਦਾ ਇੰਚਾਰਜ ਲਾਇਆ ਤੇ ਜਿਹਦੇ ਬਾਰੇ ਬੜਾ ਵਧਾ ਚੜਾ ਕੇ ਅਖਬਾਰਾਂ ਦੇ ਵਿੱਚ ਵੀ ਤੇ ਰੇਡੀਓ TV ਚੈਨਲਾਂ ਤੇ ਵੀ ਕਿਹਾ ਜਾਂਦਾ ਜੀ ਬੜਾ ਬੰਦਾ ਕਾਬਲ ਹੈ। ਔਰ ਕਹੀ ਜਾਂਦੇ ਵੀ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੀ ਇਹ ਬਣਾ ਗਿਆ ਜੀ। ਸਿੱਧੂ ਸਾਹਿਬ ਕਹੀ ਜਾਂਦੇ ਵੀ ਮੈਂ ਕੰਪੇਨ ਕੀਤੀ ਸੀ ਮਾਝੇ ਦੇ ਵਿੱਚ, ਇਸ ਕਰਕੇ ਇੰਨੀਆਂ ਸੀਟਾਂ 23-24 ਆ ਗਈਆਂ, ਮੈਥੋਂ ਬਗੈਰ ਤਾਂ ਜੇ ਮੈਂ ਨਾ ਹੁੰਦਾ ਤਾਂ ਸਰਕਾਰ ਹੀ ਨਹੀਂ ਬਣਦੀ ਸੀ ਜੀ। ਅਮਰਿੰਦਰ ਸਿੰਘ ਕਹਿੰਦਾ ਵੀ ਮੇਰੇ ਨਾਂ ਤੇ ਚੋਣ ਲੜੀ ਗਈ ਹੈ, ਸਰਕਾਰ ਮੈਂ ਬਣਾਈ ਹੈ।
ਤੇ ਲੋਕ ਜਿਹੜੇ ਹੈਗੇ ਆ ਉਹ ਕਹਿੰਦੇ ਆ ਜੀ ਬਿਲਕੁਲ ਸਰਕਾਰ ਤੁਹਾਡੀ ਬਣੀ ਹੈ, ਤੁਸੀਂ ਜਿਹੜੇ ਲੋਕਾਂ ਨੂੰ ਲਾਰੇ ਲਾਏ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਤੁਸੀਂ ਜਿਹੜੀ ਇਹ ਗੱਲ ਕਹੀ ਸੀਗੀ ਕਿ ਡਰੱਗਸ ਵਾਲਿਆਂ ਨੂੰ ਅੰਦਰ ਦੇਵਾਂਗੇ, ਲੋਕਾਂ ਨੇ ਉਹਦਾ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀ, ਭਰੋਸਾ ਕੀਤਾ ਸੀ ਜੀ। ਤੇ ਨਾਲ ਉਹਨੇ ਕਹਿੰਦੇ ਸੀ ਭਰੋਸਾ ਅਮਰਿੰਦਰ ਤੇ ਕੀਤਾ ਸੀ ਕਿਉਂਕਿ 2002 ਤੋਂ ਲੈ ਕੇ 7 ਤੱਕ ਉਹਦੀ ਕਾਰਗੁਜ਼ਾਰੀ ਚੰਗੀ ਸੀ। ਲੇਕਿਨ ਜੋ ਲੋਕਾਂ ਦੀਆਂ ਆਸਾਂ ਮੰਗਾਂ ਸੀ ਉਹ ਸਾਰਿਆਂ ਦੇ ਉੱਤੇ ਪਾਣੀ ਫਿਰ ਗਿਆ। ਔਰ ਪਾਣੀ ਫੇਰਨ ਦੇ ਵਿੱਚ ਇੱਕ ਨਹੀਂ ਦੋ ਨਹੀਂ ਸਾਰੇ ਜ਼ਿੰਮੇਵਾਰ ਹੋ ਤੁਸੀਂ ਜੀ, ਕਿਉਂਕਿ ਕੈਬਨਿਟ ਰਿਸਪੌਂਸਿਬਿਲਟੀ ਜਿਹੜੀ ਹੁੰਦੀ ਹੈ ਜਿਹਨੂੰ ਸਮੂਹਿਕ ਕੋਲੈਕਟਿਵ ਰਿਸਪੌਂਸਿਬਿਲਟੀ ਕਹਿੰਦੇ ਉਹਦੇ ਤੇ ਆਉਂਦੀ ਜੀ ਜੀ। ਖੈਰ ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਮਿਸਟਰ ਹਰੀਸ਼ ਰਾਵਤ ਇੰਚਾਰਜ ਹੁੰਦੇ ਸੀ ਜੀ। ਹਰੀਸ਼ ਰਾਵਤ ਨੇ ਬੜੇ ਤਰੀਕੇ ਦੇ ਨਾਲ ਥੋੜਾ ਜਿਹਾ ਪਲੋਸ ਲਿਆ, ਥੋੜਾ ਜਿਹਾ ਬਿੰਗਟੇਡ ਕਰਤੀ। ਭਾਵੇਂ ਹਰੀਸ਼ ਰਾਵਤ ਨੂੰ ਜਿਹੜਾ ਕੰਮ ਦਿੱਤਾ ਸੀ ਕਾਂਗਰਸ ਹਾਈ ਕਮਾਂਡ ਨੇ ਉਹਦੇ ਤੇ ਕੰਮ ਕਰ ਰਿਹਾ ਸੀ, ਅੱਗੇ ਵੱਧ ਰਿਹਾ ਸੀ। ਕੰਮ ਕੀ ਦਿੱਤਾ ਸੀ? ਕੰਮ ਇਹ ਦਿੱਤਾ ਸੀ ਕਿ ਸ਼੍ਰੀਮਾਨ ਆਪਾਂ ਅਮਰਿੰਦਰ ਸਿੰਘ ਨੂੰ ਲਾਉਣਾ ਹੈ ਔਰ ਉਹਨੂੰ ਲਾਉਣ ਵਾਸਤੇ ਆਪਰੇਸ਼ਨ ਤੂੰ ਕਰਨਾ ਹੈ। ਯਾਦ ਕਰੋ ਕਿ ਜਦੋਂ ਹਰੀਸ਼ ਰਾਵਤ ਆਇਆ ਪੰਜਾਬ ਦੇ ਵਿੱਚ ਪਹਿਲਾਂ ਅੰਮ੍ਰਿਤਸਰ ਗਏ ਜੀ। ਅੰਮ੍ਰਿਤਸਰ ਸਰਕਟ ਹਾਊਸ ਦੇ ਵਿੱਚ ਚਾਹ ਦੇ ਕੱਪ ਦੇ ਉੱਤੇ ਨਵਜੋਤ ਸਿੱਧੂ ਤੇ ਇਕੱਠੇ ਹੁੰਦੇ, ਫਿਰ ਉਹ ਨਵਜੋਤ ਸਿੰਘ ਸਿੱਧੂ ਦੇ ਘਰੇ ਬ੍ਰੇਕਫਾਸਟ ਕਰਨ ਜਾਂਦਾ ਹੈ। ਫਿਰ ਮੁੱਦਕੀ ਆਉਂਦੇ ਆ ਮਿਸਟਰ ਰਾਹੁਲ ਗਾਂਧੀ, ਉੱਥੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਜਾਂਦਾ ਹੈ ਜੀ। ਉਸ ਟਰੈਕਟਰ ਮਾਰਚ ਦੇ ਵਿੱਚ ਹਰੀਸ਼ ਰਾਵਤ ਸਿੱਧੂ ਨੂੰ ਨਾਲ ਲੈ ਕੇ ਆਉਂਦੇ ਹੈ। ਸਿੱਧੂ ਨੇ ਉੱਥੇ ਬੜੀ ਤਕਰੀਰ ਕੀਤੀ ਤੇ ਉਸ ਵੇਲੇ ਥੋੜਾ ਜਿਹਾ ਉਹਨੇ ਹਜਕਾ ਵੀ ਦਿੱਤਾ ਸੁੱਖੀ ਰੰਧਾਵੇ ਨੂੰ ਤੇ ਸੁੱਖੀ ਰੰਧਾਵੇ ਨੇ ਕਿਹਾ ਕਿ ਮੈਂ ਜਿਹੜੀ ਚਿੱਠੀ ਦਿੱਤੀ ਹੈ ਮੈਂ ਆਪਦੇ ਕੋਲੋਂ ਨਹੀਂ ਦਿੱਤੀ, ਇਹ ਤਾਂ ਹਰੀਸ਼ ਰਾਵਤ ਨੇ ਦਿੱਤੀ ਹੈ। ਅਗਲੇ ਦਿਨ ਫਿਰ ਜਿਹੜਾ ਹੈਗਾ ਕਿਉਂਕਿ ਉਹਨੂੰ ਪੱਠੇ ਨਹੀਂ ਪਏ ਉਹ ਵਾਪਸ ਮੁੜ ਆਇਆ ਸੀ ਵਗੈਰਾ ਵਗੈਰਾ। ਉਹ ਤੋਂ ਬਾਅਦ ਦੀਆਂ ਗੱਲਾਂ ਤੁਸੀਂ ਦੇਖੋ। ਹਰੀਸ਼ ਰਾਵਤ ਜਦੋਂ ਐਨ ਗੱਲ ਸਿਖਰ ਤੇ ਪਹੁੰਚ ਗਈ ਸੀ ਤੇ ਹਰੀਸ਼ ਰਾਵਤ ਨੇ ਇੱਕ ਥਾਂ ਦੇ ਉੱਤੇ ਆ ਕੇ ਕਿਹਾ ਸੀ ਕਿ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਗਲੀਆਂ ਚੋਣਾਂ ਲੜਾਂਗੇ। ਤੇ ਤੁਹਾਡੇ ਯਾਦ ਸਭ ਤੋਂ ਪਹਿਲਾਂ ਬੋਲਿਆ ਕੌਣ ਸੀ? ਇੱਕੋ ਹੀ ਬੰਦਾ ਬੋਲਿਆ ਸੀ, ਪ੍ਰਗਟ ਸਿੰਘ। ਉਹ ਕਹਿੰਦਾ ਫੈਸਲਾ ਤਾਂ ਇਹ ਹੋਇਆ ਸੀ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੀਆਂ ਜਾਣਗੀਆਂ ਚੋਣਾਂ, ਤੂੰ ਇਹ ਕਿਵੇਂ ਕਹਿਤੀ ਜੀ? ਫਿਰ ਉਹਨੇ ਕਹਿਤਾ ਜੀ ਕਲੈਕਟਰ ਲੀਡਰਸ਼ਿਪ। ਉਸ ਵੇਲੇ ਅਸਲ ਦੇ ਵਿੱਚ ਪ੍ਰਗਟ ਸਿੰਘ ਨੂੰ ਵੀ ਪਤਾ ਨਹੀਂ ਸੀ ਜੀ ਕਿ ਹਰੀਸ਼ ਰਾਵਤ ਕਰ ਕੀ ਰਿਹਾ। ਹਰੀਸ਼ ਰਾਵਤ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਭੰਬਲ ਭੂਸੇ 'ਚ ਪਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਅਜਿਹਾ ਸਟੈਪ ਨਾ ਲੈ ਲਵੇ ਜਿਹੜੇ ਸਟੈਪ ਦੇ ਨਾਲ ਸਾਡੀ ਜਿਹੜੀ ਹੈਗੀ ਆ ਕੌਨਸਪੀਰੇਸੀ ਫੇਲ ਹੋ ਜੇ, ਵੀ ਉਹ ਸਾਡੇ ਤੇ ਵਿਸ਼ਵਾਸ ਕਰ ਲੇ ਵੀ ਹਾਂ ਲੀਡ ਤਾਂ ਮੈਂ ਹੀ ਕਰਨਾ ਜਦੋਂ ਹਰੀਸ਼ ਰਾਵਤ ਕਹੀ ਜਾਂਦਾ, ਇੰਚਾਰਜ ਕਹੀ ਜਾਂਦਾ। ਅਖੀਰ ਸਟੇਜ ਜਦੋਂ ਇਹ ਆ ਗਈ ਅਮਰਿੰਦਰ ਸਿੰਘ ਨੂੰ ਲਾਤਾ ਜੀ। ਲਾਉਣ ਤੋਂ ਬਾਅਦ ਕੀ ਕਹਿੰਦਾ ਹਰੀਸ਼ ਰਾਵਤ? ਹਰੀਸ਼ ਰਾਵਤ ਕਹਿੰਦਾ ਵੀ ਅਮਰਿੰਦਰ ਸਿੰਘ ਤਾਂ ਸਾਡਾ ਹੁਕਮ ਹੀ ਨਹੀਂ ਮੰਨਦਾ ਸੀ ਜੀ, ਉਹ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਿਹਾ ਸੀ ਉਹ ਕਾਂਗਰਸ ਦੇ ਵਿੱਚ ਪ੍ਰੋਗਰਾਮ ਤੇ ਪਾਲਿਸੀਆਂ ਉਹਨਾਂ ਦੀਆਂ ਲਾਗੂ ਕਰ ਰਹੇ ਸੀ, ਅਸੀਂ ਤਾਂ ਉਹਨੂੰ ਲਾਉਣਾ ਹੀ ਲਾਉਣਾ ਸੀ। ਤੇ ਜਿਸ ਢੰਗ ਦੇ ਨਾਲ ਉਹਨੂੰ ਲਾਹਿਆ ਸੀ ਉਹ ਲਾਹਿਆ ਸੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਹੈਗੀ ਹੈ ਕੀ ਕਹਾਂਗੇ ਇਹਨੂੰ ਆਪਾਂ ਟਵਿੱਟਰ ਰਾਹੀਂ ਮੀਟਿੰਗ ਬੁਲਾਈ ਸੀ CLP ਦੀ ਵਗੈਰਾ ਵਗੈਰਾ। ਅਮਰਿੰਦਰ ਸਿੰਘ ਛੱਡ ਕੇ ਚਲਾ ਗਿਆ, ਅਮਰਿੰਦਰ ਨੂੰ ਨਿਪਟਾਤਾ। ਉਹਦੇ ਨਿਪਟਾਉਣ ਤੋਂ ਬਾਅਦ ਕੀ ਜਿਹੜੇ ਲੋਕ ਕਹਿੰਦੇ ਸੀ ਜੀ ਇਹ ਤਾਂ ਰਲਿਆ ਵਾ ਸਾਨੂੰ ਇਹ ਤੇ ਇਤਵਾਰ ਨਹੀਂ, ਉਹਨਾਂ ਦੀ ਹੁਣ ਸਥਿਤੀ ਕੀ ਹੈ? ਇਹ ਗੱਲ ਮੈਂ ਨਹੀਂ ਕਹਿ ਰਿਹਾ, ਹੁਣ ਇਹ ਨਵਜੋਤ ਸਿੰਘ ਸਿੱਧੂ ਕਹਿ ਰਿਹਾ। ਨਵਜੋਤ ਸਿੰਘ ਸਿੱਧੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਤੋਂ ਪਹਿਲਾਂ ਉਹਨੂੰ ਸੈਟੀਸਫਾਈ ਕਰਨ ਵਾਸਤੇ ਹਰੀਸ਼ ਚੌਧਰੀ ਚੰਨੀ ਨੂੰ ਤੇ ਉਹਨੂੰ ਲੈ ਕੇ ਜਾਂਦਾ ਕੇਦਾਰਨਾਥ ਜੀ। ਉੱਥੇ ਜਾ ਕੇ ਮੱਥਾ ਟੇਕਦੇ, ਇਕੱਠੀਆਂ ਤਸਵੀਰਾਂ ਖਿਚਾਈਆਂ ਜਾਂਦੀਆਂ। ਚੰਡੀਗੜ੍ਹ ਇੱਕ ਮੀਟਿੰਗ ਹੁੰਦੀ ਹੈ ਵਿਧਾਇਕਾਂ ਦੀ, ਉਹਦੇ ਵਿੱਚ ਆ ਕੇ ਸਭ ਕੁਝ ਠੀਕ ਕਿਹਾ ਜਾਂਦਾ, ਹੋ ਗਿਆ ਸਾਰਾ ਕੁਝ। ਲੇਕਿਨ ਜਦੋਂ ਕੈਬਨਿਟ ਦੀ ਮੀਟਿੰਗ ਹੋਣੀ ਸੀ ਤੇ ਨਵਜੋਤ ਸਿੰਘ ਸਿੱਧੂ ਫਿਰ ਬੋਲ ਪਿਆ ਜੀ ਵੀ ਇਹ ਤਾਂ ਜੀ ਗਲਤ ਹੈ। ਫਿਰ ਆਉਣਾ ਸੀ ਵਿਧਾਨ ਸਭਾ ਦਾ ਸੈਸ਼ਨ, ਮਾਮਲਾ ਫਿਰ ਠੰਡਾ ਹੋ ਗਿਆ ਸੀ ਵਿਧਾਨ ਸਭਾ ਦੇ ਸੈਸ਼ਨ ਵੇਲੇ। ਫਿਰ ਕੱਲ ਉਹਨੇ ਸੈਸ਼ਨ ਤੋਂ ਪਹਿਲਾਂ ਕਰਤੀ ਜੀ ਪ੍ਰੈਸ ਕਾਨਫਰੰਸ ਕਿ ਜੀ ਇਹ ਤਾਂ ਸਰਕਾਰ ਹੈ ਜਿਹੜੀ, ਇਹ ਸਰਕਾਰ ਦੇ ਵਿੱਚ ਤਾਂ ਕੋਈ ਜਾਨ ਹੀ ਹੈ ਨਹੀਂ, ਇੱਛਾ ਸ਼ਕਤੀ ਹੈ ਨਹੀਂ ਜੀ। ਤੇ ਉਸੇ ਵਿੱਚ ਉਹ ਗੱਲ ਕਹਿੰਦਾ ਹੈ, ਕਹਿੰਦਾ ਜੀ ਗੱਲ ਇਹ ਹੈ ਕਿ 2 ਅਫਸਰ ਲਾਤੇ ਜੀ। ਇੱਕ ਅਫਸਰ ਲਾਤਾ DGP, ਉਹਨੇ ਕਲੀਨ ਚਿੱਟ ਦਿੱਤੀ ਸੀ ਬਾਦਲਾਂ ਨੂੰ। ਦੂਜਾ ਲਾਤਾ ਐਡਵੋਕੇਟ ਜਨਰਲ ਜੀ। ਐਡਵੋਕੇਟ ਜਨਰਲ ਨੇ ਬਲੈਂਕਟ ਬਿੱਲ ਲੈ ਕੇ ਦਿੱਤੀ ਸਮੈਥ ਸੈਣੀ ਨੂੰ। ਹੁਣ ਇਹ ਵਿਰੋਧ ਕਿਵੇਂ ਕਰੂਗਾ ਜੀ? ਨਾਲ ਫਿਰ ਅਗਲੀ ਗੱਲ ਕਹਿੰਦੇ ਜਿਹੜੇ ਕਹਿੰਦੇ ਸੀ ਅਮਰਿੰਦਰ ਸਿੰਘ ਤੇ ਵਿਸ਼ਵਾਸ ਹੈ ਨਹੀਂ ਸਾਨੂੰ, ਇਹ ਸਾਨੂੰ ਤੇ ਭਰੋਸਾ ਹੀ ਹੈ ਨਹੀਂ, ਉਹ ਹੁਣ ਚੁੱਪ ਕਿਉਂ ਬੈਠੇ ਹੈ ਜੀ? ਉਹ ਕਹਿੰਦਾ ਇਹ ਵੀ ਕੱਲ ਉਹਨੇ ਗੱਲ ਕਹੀ ਹੈ ਕਿ ਜੇ ਆਹੀ ਕੁਛ ਕਰਨਾ ਸੀ ਤੇ ਫਿਰ ਅਮਰਿੰਦਰ ਨੂੰ ਬਦਲਣ ਦੀ ਕੀ ਲੋੜ ਸੀ? ਉਹਨੂੰ ਤਾਂ ਬਦਲਿਆ ਨਾ ਕਿ ਡਰੱਗਸ ਦੇ ਮਾਮਲੇ ਤੇ ਕੁਛ ਨਹੀਂ ਕੀਤਾ, ਉਹਨੇ ਬੇਅਦਬੀ ਦੇ ਮਾਮਲੇ ਤੇ ਕੁਛ ਨਹੀਂ ਕੀਤਾ। ਤੁਸੀਂ ਜਿਹੜੇ ਅਫਸਰ ਲਾਤੇ ਤੁਸੀਂ ਤਾਂ ਉਹ ਲਾਤੇ ਜੀ, ਜਿਹੜੇ ਬੰਦੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਰਹੇ। ਬਾਦਲਾਂ ਨੂੰ ਕਹਿੰਦੇ ਕਲੀਨ ਚਿੱਟ ਦਿੱਤੀ ਸੀ DGP ਸਾਹਿਬ ਨੇ, ਸੋਹਤਾ ਸਾਹਿਬ ਨੇ ਜੀ, ਔਰ ਇਹਨੇ ਜਿਹੜੇ ਦਿਓਲ ਸਾਹਿਬ ਹੈ ਇਹਨਾਂ ਨੇ ਦਵਾਈ ਸੀ ਜ਼ਮਾਨਤ ਸੈਣੀ ਨੂੰ। ਇਹ ਗੱਲ ਕਰਕੇ ਨਾਲ ਉਹਨਾਂ ਨੇ ਫਿਰ ਅਗਲੀ ਗੱਲ ਕਹਿਤੀ, ਲਓ ਜੀ ਦੋਨਾਂ ਚੀਜ਼ਾਂ ਜੋ ਕਹਿੰਦੇ ਇੱਕ ਰੱਖ ਲਓ ਜੀ।
ਚਾਹੇ ਤਾਂ ਰੱਖ ਲਓ ਆਪਦਾ ਪ੍ਰਧਾਨ ਹੂੰ ਤੇ ਚਾਹੇ ਰੱਖ ਲਓ ਆਪਦਾ ਅਫਸਰ, ਜੀ ਦੋਨਾਂ ਅਫਸਰਾਂ ਨੂੰ ਹੂੰ ਇਹ ਗੱਲ ਕਹਿਤੀ। ਤੇ ਉਹ ਤੋਂ ਪਹਿਲਾਂ ਦਾਨੇ ਵਾਲੇ ਸਾਹਿਬ ਇੱਕ ਹੋਰ ਗੱਲ ਨੋਟ ਕਰੋ। ਜੀ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਸੀ ਜਿਹਦੇ ਅਸਤੀਫਾ ਵਾਪਸ ਲਿਆ ਹੂੰ ਕਿ ਰਾਹੁਲ ਗਾਂਧੀ, ਸ਼੍ਰੀ ਰਾਹੁਲ ਗਾਂਧੀ ਜੀ ਜੀ ਤੇ ਬੀਬੀ ਪ੍ਰਿੰਕਾ ਗਾਂਧੀ ਵਾਡਰਾ ਜੀ ਦਾ ਆ ਸਿਪਾਹੀ ਅੱਛਾ ਆਪਣਾ ਅਸਤੀਫਾ ਵਾਪਸ ਲੈਂਦਾ ਹੈ। ਉੱਥੇ ਸਿਪਾਹੀ ਅਸਤੀਫਾ ਵਾਪਸ ਲੈਂਦਾ ਸੀ, ਕੱਲ ਉਹ ਕਹਿੰਦਾ ਵੀ ਰੱਖ ਲਓ ਦੋਨਾਂ ਚੋਂ ਇੱਕ ਚੀਜ਼, ਹਾਂ ਜਾਂ ਤਾਂ ਉਹਨਾਂ ਨੂੰ ਰੱਖ ਲਓ ਜਾਂ ਤੇ ਜਾਂ ਮੈਨੂੰ ਰੱਖ ਲਓ, ਵੀ ਮੈਂ ਫੇਰ ਜਾਣ ਨੂੰ ਤਿਆਰ ਹਾਂ। ਹੂੰ ਫੇਰ ਪੈ ਗਿਆ ਜੀ ਭਾਜੜ ਪੈ ਗਈ ਵੀ ਹੁਣ ਕੀ ਕਰੀਏ। ਜੀ ਉਹੀ ਹਰੀਸ਼ ਚੌਧਰੀ ਫੇਰ ਕਹਿੰਦਾ ਆਓ ਜੀ ਆਜੋ ਆਜੋ ਆਜੋ, ਤੇ ਲੈ ਕਿੱਥੇ ਗਏ? ਰਾਜ ਭਵਨ 'ਚ। ਰਾਜ ਭਵਨ ਦੇ ਵਿੱਚ ਇੱਕ ਰੈਸਟ ਹਾਊਸ ਗੁਪਤ ਹੈ, ਹੈਗਾ ਉਹ ਗੁਪਤ ਇਸ ਕਰਕੇ ਵੀ ਉੱਥੇ ਪਹੁੰਚ ਨਹੀਂ ਪੱਤਰਕਾਰਾਂ ਦੀ। ਪੱਤਰਕਾਰ ਆਮ ਬੰਦਾ ਪਹੁੰਚ ਨਹੀਂ ਸਕਦਾ ਕਿਉਂਕਿ ਚਾਰ ਦੀਵਾਰੀ 'ਚ। ਹਾਂ, ਉੱਥੇ ਜਾ ਕੇ ਜਿਹੜੀ ਉਹਨਾਂ ਦੀ ਮੀਟਿੰਗ ਕਰਵਾ ਕੇ ਤੇ ਫਿਰ ਆ ਕੇ ਕਹਿੰਦਾ ਕੰਮ ਠੀਕ ਆ ਜੀ, ਮੈਂ ਲੈ ਲਈ ਕਮਾਂਡ ਆਪਦੇ ਹੱਥ 'ਚ, 3 ਦਿਨਾਂ 'ਚ ਮਾਮਲਾ ਠੀਕ ਕਰ ਦੇਂਗੇ। ਜੀ ਮੈਨੂੰ ਹੁਣ ਪਤਾ ਲੱਗਿਆ ਕਹਿੰਦੇ ਜੀ ਅਜੇ ਵੀ ਸੈਟੀਸਫਾਈ ਨਹੀਂ ਸਿੱਧੂ ਸਾਹਿਬ, ਕਹਿੰਦੇ ਕੁਛ ਹੈ ਨਹੀਂ, ਅੱਜ ਕੈਬਨਿਟ ਦੀ ਮੀਟਿੰਗ ਹੋਣੀ ਹੈ ਜੀ, ਕੁਛ ਫੈਸਲੇ ਹੋਣੇ। ਇਹ ਤਾਂ ਗੱਲ ਕਹਿਤੀ ਕਿ UPSC ਨੂੰ ਭੇਜਿਆ ਹੋਇਆ ਜੀ, ਲਿਸਟ ਭੇਜੀ ਹੈ ਸਾਰੀ, ਪੈਨਲ ਉੱਥੋਂ ਆਊਗਾ, DGP ਦਾ ਫੈਸਲਾ ਤਾਂ ਉਦੋਂ ਬਾਅਦ ਕਰਾਂਗੇ। ਲੇਕਿਨ ਐਡਵੋਕੇਟ ਜਨਰਲ ਦਾ ਕਹਿੰਦੇ ਫੈਸਲਾ ਹੋ ਜਾਣਾ। ਜੇ ਤਾਂ ਐਡਵੋਕੇਟ ਜਨਰਲ ਦਾ ਅਸਤੀਫਾ ਜ ਲਿਆ ਪ੍ਰਵਾਨ ਕਰ ਜੀ, ਫੇਰ ਤਾਂ ਆਪਾਂ ਕਹਾਂਗੇ ਥੋੜੀ ਬਹੁਤੀ ਗੱਲ ਠੀਕ ਹੁੰਦੀ ਹੈ। ਜੇ ਨਹੀਂ ਹੁੰਦਾ ਜੀ ਤਾਂ ਫੇਰ ਗੱਲ ਇਹ ਹੈ ਕਿ ਫੇਰ ਸਿੱਧੂ ਸਾਹਿਬ ਰਹਿੰਦੇ ਨਹੀਂ ਇੱਥੇ। ਪਰ 2 ਗੱਲਾਂ ਹੋਰ ਨੋਟ ਕਰ ਲਓ ਜੀ। ਕਾਂਗਰਸ ਪਾਰਟੀ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਹੋ ਰਹੀ ਹੈ। ਕੱਲ ਕੈਬਨਿਟ ਵਰਗਾ ਰੁਤਬਾ ਹੈ ਜੀ, ਜਿਹੜਾ ਪੰਜਾਬ ਸਬਆਰਡੀਨੇਟ ਸਿਲੈਕਸ਼ਨ ਬੋਰਡ ਹੈ, ਉਹਦੇ ਚੇਅਰਮੈਨ ਨੇ ਜਿਹੜੀਆਂ ਸਾਰੀਆਂ ਭਰਤੀਆਂ ਹੁਣ ਉਹਦੇ ਰਾਹੀਂ ਹੋ ਰਹੀਆਂ ਜੀ, ਜਿਹੜੀਆਂ ਨਾਨ ਗੈਜ਼ਟਡ ਪੋਸਟਾਂ ਜਿਹੜੇ ਮਤਲਬ PCS ਵਗੈਰਾ ਨੂੰ ਛੱਡ ਕੇ ਜਿਹੜੀਆਂ ਨਾਨ ਗੈਜ਼ਟਡ ਪੋਸਟਾਂ ਉਹਦੇ ਰਾਹੀਂ ਭਰਤੀਆਂ। ਉਹਦਾ ਨਾਮ ਰਮਨ ਬਹਿਲ ਜੀ। ਰਮਨ ਬਹਿਲ ਨੇ ਕੱਲ ਦਿੱਤਾ ਸੀ ਅਸਤੀਫਾ ਕਾਂਗਰਸ ਪਾਰਟੀ ਤੋਂ, ਤੇ ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ। ਅੱਛਾ ਜੀ, ਗੁਰਦਾਸਪੁਰ। ਠੀਕ ਹੈ। ਕਿੱਡਾ ਵੱਡਾ ਬੰਦਾ ਛੱਡ ਗਿਆ। ਹੁਣ ਕਾਂਗਰਸ ਪਾਰਟੀ ਨੂੰ ਦੇਖਣਾ ਚਾਹੀਦਾ ਕਿ ਜਦੋਂ ਜਹਾਜ਼ ਡੁੱਬਦਾ ਹੁੰਦਾ ਚੂਹੇ ਛਾਲਾਂ ਮਾਰਦੇ, ਵੱਜਣੀਆਂ ਸ਼ੁਰੂ ਹੋ ਗਈਆਂ ਛਾਲਾਂ। ਅਗਲੀ ਗੱਲ ਜਿਹੜੀ ਇਹ ਹੈ ਕਿ ਉਹ ਰਮਨ ਬਹਿਲ ਛੱਡ ਕੇ ਚਲਾ ਗਿਆ ਜੀ। ਰਮਨ ਬਹਿਲ ਦੇ ਛੱਡ ਕੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਬਹੁਤ ਵੱਡੇ ਪੱਧਰ ਤੇ ਹੋ ਰਹੀ ਜੀ, ਵੀ ਹੁਣ ਅਸੀਂ ਕਰੀਏ ਤਾਂ ਕਰੀਏ ਕੀ, ਜਾਈਏ ਕਿੱਧਰ ਨੂੰ। ਇਹਦੇ ਚੱਲਦਿਆਂ ਜੇ ਅੱਜ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਨਾ ਹੋਇਆ ਤਾਂ ਉਹ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਾਣਗੇ ਕਿਹੜੇ ਪਾਸੇ ਜੀ। ਇਹਦਾ ਇੱਕ ਇਸ਼ਾਰਾ ਮਿਲ ਗਿਆ। ਇਹਦਾ ਇਸ਼ਾਰਾ ਮਿਲਿਆ ਕਿ ਜਿਹੜਾ ਪੰਜਾਬ ਦਾ ਇੰਚਾਰਜ ਹੈ ਰਾਘਵ ਚੱਡਾ ਜੀ, ਆਮ ਆਦਮੀ ਪਾਰਟੀ ਦਾ ਸਹਾਇਕ ਇੰਚਾਰਜ ਹੈ। ਵੈਸੇ ਤਾਂ ਇੰਚਾਰਜ ਹੈਗਾ ਆਪਣੇ ਜਰਨੈਲ ਸਿੰਘ MLA ਜੀ, ਲੇਕਿਨ ਜਰਨੈਲ ਸਿੰਘ ਬਰਾਏ ਨਾਮ ਹੈ ਕਿਉਂਕਿ ਉਹਦੇ ਸਿਰ ਦੇ ਉੱਤੇ ਪੱਗ ਬੰਨੀ ਵੀ ਹੈ ਕਿ ਜੀ ਸਰਦਾਰ ਜੀ ਅਸਲ 'ਚ ਇੰਚਾਰਜ ਉਹ ਹੈ। ਉਹਨੇ ਕੱਲ ਫਿਰ ਮੀਡੀਆ ਨਾਲ ਗੱਲ ਕੀਤੀ ਵੀ ਚੰਨੀ ਦੇ ਵਿੱਚ ਤੇ ਕੈਪਟਨ 'ਚ ਕੋਈ ਫਰਕ ਨਹੀਂ। ਅੱਛਾ ਜੀ। ਉਹੀ ਜੀ ਸਰਕਾਰ ਉਸੇ ਉਹੀ ਜੀ। ਲੇਕਿਨ ਸਿੱਧੂ ਸਾਹਿਬ ਨੇ ਜਿਹੜੇ ਮੁੱਦੇ ਉਠਾਏ ਹੈ, ਮੁੱਦੇ ਠੀਕ ਹੈ ਜੀ। ਔਰ ਇਹ ਮੁੱਦੇ ਠੀਕ ਹੈ ਤੇ ਇਹਦਾ ਮਤਲਬ ਸਿੱਧੂ ਸਾਹਿਬ ਜੇ ਹੁਣ ਉਹ ਗੱਲ ਨਹੀਂ ਮੰਨੀ ਜਾਂਦੀ ਤੇ ਇਹਦਾ ਮਤਲਬ ਹੈ ਕਿ ਕੱਲ ਨੂੰ ਤੜਕੇ ਨੂੰ ਇੱਕ ਜੀ ਹੈ ਨਹੀਂ। ਜੀ 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 ਹੈ ਨਹੀਂ। ਉਹ ਇੱਕ ਜੀ ਵਾਲੀ ਗੱਲ ਲੱਗਦੀ ਹੈ। ਤੇ ਨਾਲ ਇੱਕ ਹੋਰ ਨੋਟ ਕਰੋ ਕਿ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਸਿੱਧੂ ਸਾਹਿਬ ਜਾਂਦੇ ਆ ਸਿੱਧੇ ਬੁਰਜ ਜਵਾਹਰ ਸਿੰਘ ਵਾਲਾ, ਉੱਥੇ ਜਾ ਕੇ ਮੱਥਾ ਵੀ ਟੇਕਦੇ ਆ ਗੁਰੂ ਘਰ ਦੇ ਵਿੱਚ ਜੀ, ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਆ। ਤੇ ਅੱਜ ਸਿੱਧੂ ਸਾਹਿਬ ਕਿੱਥੇ ਗਏ ਜੀ? ਅੱਜ ਗਏ ਆ ਕਰਤਾਰਪੁਰ ਸਾਹਿਬ ਵਾਲੇ ਕਾਰੀਡੋਰ ਤੇ। ਅੱਛਾ ਜੀ। ਕਿਉਂਕਿ ਅੱਜ ਦੇ ਦਿਨ 2 ਸਾਲ ਪੂਰੇ ਹੋ ਗਏ। ਅੱਜ ਫੇਰ ਜਾ ਕੇ ਉਹ ਮਤਲਬ ਆਪਣੀ ਜਿਹੜੀ ਪੁਰਾਣੀ ਪੋਜੀਸ਼ਨ ਹੈ ਜੀ, ਉਹ ਪੁਰਾਣੀਆਂ ਚੀਜ਼ਾਂ ਨੂੰ ਨਾਲ ਲੈ ਕੇ ਇੱਕ ਨਵੇਂ ਰੂਪ ਦੇ ਵਿੱਚ, ਨਵੇਂ ਸਿਲਸਿਲੇ ਦੇ ਵਿੱਚ ਇੱਕ ਨਵੀਂ ਜਗ੍ਹਾ। ਮੈਂ ਨਹੀਂ ਕਹਿੰਦਾ ਵੀ ਉਹ ਆਮ ਆਦਮੀ ਪਾਰਟੀ ਜਾਣਗੇ, ਇਹ ਵੀ ਹੋ ਸਕਦਾ ਕਿ ਉਹ ਆਪਦੀ ਪਾਰਟੀ ਬਣਾਉਣ ਵਾਲੇ ਬਾਰੇ ਵੀ ਸੋਚਦੇ ਹੋਣ। ਬੜੀਆਂ ਗੱਲਾਂ ਉਹਦੇ 'ਚ ਆ ਰਹੀਆਂ। ਸੋ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਹੈ ਕੋਈ ਬਹੁਤੀ ਮਤਲਬ ਮੇਰੇ ਖਿਆਲ ਮੁਤਾਬਕ ਸਥਿਤੀ ਠੀਕ ਨਹੀਂ। ਪਰ ਜਿੱਥੋਂ ਤੱਕ ਚਰਨਜੀਤ ਚੰਨੀ ਦਾ ਸਵਾਲ ਜੀ, ਚਰਨਜੀਤ ਚੰਨੀ ਹੋਰਾਂ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕੁਝ ਐਲਾਨ ਕੀਤੇ ਹੈ, ਉਹ ਐਲਾਨ ਜਿਹੜੇ ਹੈਗੇ ਉਹਨਾਂ ਦੇ ਨਾਲ ਥੋੜੀ ਜਿਹੀ ਉਹਨਾਂ ਦੀ ਲੋਕਾਂ ਦੇ ਵਿੱਚ ਪੈਠ ਬਣ ਰਹੀ ਹੈ। ਹਾਂਜੀ। ਅੱਜ ਫੇਰ ਕਹਿੰਦੇ ਕੈਬਨਿਟ ਦੀ ਮੀਟਿੰਗ ਹੈ ਔਰ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿੰਦੇ 30,000 ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਹੋ ਸਕਦਾ। ਅਜੇ ਤੱਕ ਜਦੋਂ ਪ੍ਰੈਸ ਕਾਨਫਰੰਸ ਆਪਾਂ ਸੁਣ ਨਹੀਂ ਸਕੇ, ਮੈਂ ਨਹੀਂ ਸੁਣ ਸਕਿਆ, ਸ਼ਾਇਦ ਹੋ ਗਿਆ ਹੋਵੇ, ਫੈਸਲਾ ਹੋ ਵੀ ਗਿਆ ਹੋਵੇ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਉਹਨਾਂ ਦੀ ਸੁਣੀ ਨਹੀਂ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ 4:30-5 ਵਜੇ ਮਤਲਬ ਉਹਨਾਂ ਨੇ ਮੀਟਿੰਗ ਕਰਨੀ ਸੀ। ਮੈਂ ਬਾਹਰੋਂ ਆਇਆ, ਮੈਂ ਮਤਲਬ ਉਹਨਾਂ ਦੀ ਸੁਣੀ ਨਹੀਂ ਵੀ ਪ੍ਰੈਸ ਮੀਟ ਸੀ। ਉਹਨਾਂ ਦਾ ਹੋਇਆ ਕੀ
ਪਰ ਇਹ ਜੇ ਮੰਨ ਲਓ ਹੋ ਗਏ ਲਗਭਗ, ਕਿਉਂਕਿ ਜਦੋਂ ਖਬਰਾਂ ਆਉਣ ਲੱਗ ਵੀ ਪੱਕੇ ਹੋਣਗੇ, ਜੇ ਪੱਕੇ ਹੋ ਗਏ ਤੇ ਦਾਨੇਵਾਲੀਆ ਸਾਹਿਬ ਫਿਰ ਆਪਾਂ ਨੂੰ ਦੇਖਣਾ ਪੈਣਾ ਕਿ ਚਰਨਜੀਤ ਨੇ ਆਪਣੀ, ਚੰਨੀ ਜੈਨ ਜੀ ਨੇ ਆਪਣੀ ਪੋਜੀਸ਼ਨ ਮਜ਼ਬੂਤ ਕਰ ਲਈ, ਕਿਉਂਕਿ 30,000 ਦਾ ਮਤਲਬ ਇਹ ਹੈ 30,000 ਪਰਿਵਾਰ, ਤੇ ਜਿਹਦੇ ਸਿਰ ਦੇ ਉੱਤੇ ਤਲਵਾਰ 24 ਘੰਟੇ ਲਟਕੀ ਜਾਂਦੀ ਹੈ ਕਿ ਮੈਨੂੰ ਕੱਢਣਗੇ, ਘੱਟੋ ਘੱਟ ਕੇਰਾ ਤਾਂ ਅਗਲਾ ਸੋਚਦਾ ਨਾ ਵੀ ਭਾਵੇਂ 37 38 ਸਾਲ ਦੇ ਹੋ ਗਏ, 10-12 ਸਾਲ ਦੀ ਨੌਕਰੀ ਹੈਗੀ ਹੈ, ਬਿਲਕੁਲ ਜਿਹੜੀ ਹੈਗੀ ਬੁਢਾਪੇ 'ਚ ਦਾਖਲ ਹੋਣ ਤੋਂ ਪਹਿਲਾਂ ਮਾੜਾ ਮੋਟਾ ਆਪਦਾ ਮਤਲਬ ਹੈ ਵੀ ਰੋਟੀ ਸਿਕਿਉਰ ਹੁੰਦੀ ਹੈ ਜੀ, ਉਹ ਲੋਕ ਪਾਸੇ ਨਹੀਂ ਜਾਂਦੇ ਜਿਹਦੀ ਰੁਜ਼ਗਾਰ ਦੀ ਪੱਖ। ਅੱਛਾ, ਇੱਕ ਢਿੱਲੋਂ ਸਾਹਿਬ ਕੱਲ ਇਹਨਾਂ ਨੇ ਫੈਸਲਾ ਲਿਆ ਸੀਗਾ ਵੀ ਜਿਹੜੇ ਰਿਟਾਇਰਡ ਬੰਦਿਆਂ ਨੂੰ ਮੁੜ ਨੌਕਰੀਆਂ ਤੇ ਰੱਖਿਆ ਉਹਨਾਂ ਨੂੰ ਅੱਜ ਹਟਾਉਣ ਦਾ ਫੈਸਲਾ ਲਿਆ ਗਿਆ। ਇਹ ਸਾਰੇ ਆ ਜਿਨ੍ਹਾਂ ਨੂੰ ਐਕਸਟੈਂਸ਼ਨਾਂ ਵਗੈਰਾ ਮਿਲੀਆਂ, ਕੀ ਮਿਲੇ? ਕੱਲੇ ਲਾਅ ਆਫਿਸਰ ਹੈ ਜਿਹੜੀ। ਅੱਛਾ ਜੀ, ਲਾਅ ਆਫਿਸਰ ਤੋਂ ਬਗੈਰ ਬਾਕੀ ਸਭ ਨੂੰ ਕਹਿੰਦੇ ਖਤਮ ਕਰਦੇ ਨੇ। ਲਾਅ ਪੁਲਿਸ ਹੋ ਗਈ ਮਤਲਬ? ਨਹੀਂ, ਲਾਅ ਆਫਿਸਰ ਹੋ ਗਏ ਜਿਹੜੇ ਵਕੀਲ ਹੈ। ਵਕੀਲ ਹੈ, ਅੱਛਾ। ਪੁਲਿਸ ਵਾਲੇ ਸਾਰੇ ਜਿੰਨੇ ਦਿੱਤੀ ਸਭ ਖਤਮ ਕਰ? ਇਹ ਤਾਂ ਮਤਲਬ ਵੀ ਪੁਲਿਸ ਦਾ ਤਾਂ ਉਹਨਾਂ ਨੇ ਇਕੱਲਾ ਸ਼ਬਦ ਲਾਅ ਪਾਇਆ। ਅੱਛਾ, ਜਿਹੜੇ ਕਾਨੂੰਨ ਅਫਸਰ ਹੈ, ਕਿਉਂਕਿ ਕਈ ਵਾਰੀ ਕੋਈ ਡਿਸਟ੍ਰਿਕਟ ਅਟਾਰਨੀ ਰਿਟਾਇਰ ਹੋ ਗਿਆ, ਉਹਨੂੰ ਰੱਖ ਲਿਆ, ਉਹ ਕੋਈ ਵਿਸ਼ੇਸ਼ ਕੇਸ ਹੁੰਦੀ ਹੈ ਜਿਹਨੂੰ ਸਾਰੀ ਸਮਝ ਹੁੰਦੀ ਹੈ ਕਿ ਇੱਕ ਨੂੰ ਦਾ ਪੜ੍ਹਿਆ ਹੋਇਆ ਤੇ ਦੂਜੇ ਨੂੰ ਪੜ੍ਹਨਾ ਪੈਣਾ, ਉਹ ਮੇਰਾ ਖਿਆਲ ਹੈ ਕੋਈ ਕੰਪਲਸ਼ਨ ਹੁੰਦੀ ਹੈ। ਬਾਕੀ ਕਹਿੰਦੇ ਜੀ ਸਾਰੇ ਪਰਸੋਨਲ ਡਿਪਾਰਟਮੈਂਟ ਵੱਲੋਂ ਕਹਿੰਦੇ ਲੈਟਰਾਂ 'ਚ ਨਿਕਲ ਗਈ ਲੈਟਰ ਨਿਕਲ ਗਿਆ। ਅਧਿਕਾਰੀ ਤੇ ਕਰਮਚਾਰੀ ਕਹੇ, ਅਧਿਕਾਰੀ ਬਸ, ਫਿਰ ਤਾਂ ਅਫਸਰ ਵੀ ਆ ਗਏ। ਜੇ ਅਧਿਕਾਰੀ ਤੇ ਕਰਮਚਾਰੀ ਕਹਤੇ ਤਾਂ ਮਤਲਬ ਫਿਰ ਅਫਸਰ ਵੀ ਗਏ ਬਹੁਤ ਸਾਰੇ ਹੋਏ ਜਿਨ੍ਹਾਂ ਨੂੰ ਦਿੱਤਾ ਹੋਇਆ ਐਕਸਟੈਂਸ਼ਨਾਂ। ਆਪਾਂ ਕਹਿ ਸਕਦੇ ਵੀ ਜਿਨ੍ਹਾਂ ਨੂੰ ਠੇਕੇ ਤੇ ਰੱਖਿਆ ਹੋਇਆ ਸੀ। ਅੱਛਾ ਜੀ, ਐਕਸਟੈਂਸ਼ਨ ਵਾਲੀ ਗੱਲ ਤਾਂ ਇਹਨੇ ਪਹਿਲਾਂ ਹੀ ਬੰਦ ਕਰਤੀ ਸੀ। ਅੱਛਾ ਜੀ, ਪਹਿਲਾਂ ਹੁਣ ਪਿੱਛੇ ਜੇ ਆਪਾਂ ਵੇਖਿਆ ਕਈਆਂ ਨੂੰ IAS ਨੂੰ, PCS ਨੂੰ, PPS ਨੂੰ ਸਾਲ ਦੀ ਅੱਗੇ ਨੌਕਰੀ 'ਚ ਬੜੋਤਰੀ ਦਿੱਤੀ ਸੀ। ਬੜੋਤਰੀ ਦੇਣ ਦਾ ਭਾਵ ਉਹ ਇਹ ਸੀਗਾ ਕਿ ਬੰਦੇ ਤੁਸੀਂ ਨੌਕਰੀ ਕਰੋਗੇ, ਦੇਖੋ ਗੱਲ ਤਨਖਾਹ ਤੇ ਤਾਂ ਕੋਈ ਰਹਿੰਦਾ ਨਹੀਂ, ਨਾ ਤਨਖਾਹ ਦੀ ਕੋਈ ਲੋੜ ਹੁੰਦੀ ਹੈ। ਹੁਣ ਉਹਨੂੰ ਕਈ ਵਾਰੀ ਠੇਕੇ ਤੇ ਰੱਖ ਲੈਂਦੇ। ਹੁਣ ਮੇਰਾ ਤਜਰਬਾ ਹੈ, ਜਦੋਂ ਪੰਜਾਬ 'ਚ ਖਾੜਕੂਵਾਦ ਹੁੰਦਾ ਸੀ ਉਦੋਂ ਰਿਟਾਇਰਡ ਪੁਲਿਸ ਅਫਸਰ ਹੈ ਜਿਹੜੇ ਉਹਨਾਂ ਨੂੰ SPO ਭਰਤੀ ਕੀਤਾ ਹੁੰਦਾ ਸੀ। ਇੱਕ ਇੰਸਪੈਕਟਰ ਸੀ ਬਠਿੰਡੇ ਦੇ ਵਿੱਚ, ਸ਼ਰਮਾ ਪੁਲਿਸ ਇੰਸਪੈਕਟਰ ਰਿਟਾਇਰ ਹੋਇਆ ਸੀ ਤੇ 3 ਸਟਾਰ ਲਾ ਲਏ ਜੀ ਉਹਨੂੰ ਕਹਿੰਦੇ ਸੀ ਇਹ SPO, ਉਹ SPO ਦਾ ਇੰਚਾਰਜ ਲਾਤਾ ਸੀ, ਪਰ ਰੁਪਈਏ ਉਹਨੂੰ 30 ਮਿਲਦੇ ਹੁੰਦੇ ਸੀ ਦਿਹਾੜੀ ਦੇ। ਅੱਛਾ, ਉਦੋਂ SPO ਦੀ ਤਨਖਾਹ ਡੇਲੀ ਦੀ 30 ਰੁਪਏ ਦਿਹਾੜੀ ਸੀ। ਹੁਣ ਜਿਹੜੇ ਠੇਕੇ ਤੇ ਰੱਖੇ ਇਹ ਵੀ ਦਿਹਾੜੀ ਤੇ ਹੀ ਰੱਖੇ। ਇਹਨਾਂ ਨੂੰ ਇਹ ਨਹੀਂ ਹੈ ਵੀ ਇਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਸੀ। ਪਰ ਇਹ ਕਈ ਚੀਜ਼ਾਂ ਜੇਬ ਦੇ ਪੂਰੀਆਂ ਤਨਖਾਹਾਂ ਦੇ, ਫਿਰ ਇਹ ਉਹ ਫੈਸਲੇ ਤਾਂ ਨਹੀਂ ਲਿਖ ਸਕਦੇ ਜਿਵੇਂ ਅਦਾਲਤਾਂ, ਜਿਵੇਂ ਪਰਚੇ ਦੇਣੇ ਜਾਂ ਹੋਰ ਚੀਜ਼ਾਂ ਕਰਨੀਆਂ ਜਾਂ ਤਫਤੀਸ਼ਾਂ ਕਰਨੀਆਂ, ਉਹ ਤਾਂ ਮੈਟਰ ਨਹੀਂ। ਤਫਤੀਸ਼ ਜਾਂਚ ਜਿਹੜੀਆਂ ਇਨਕੁਆਇਰੀਆਂ ਕਰ ਸਕਦੇ, ਲੇਕਿਨ FIR ਵਗੈਰਾ ਜਿਹੜੀ ਹੈਗੀ, FIR ਵਗੈਰਾ ਤਾਂ ਪਹਿਲਾਂ ਹੀ DSP ਜਾਂ SP ਕੋਈ ਨਹੀਂ ਦਿੰਦਾ। ਇਹ FIR ਤਾਂ ਥਾਣੇ ਵਾਲੀ ਦਿੰਦੇ ਜੀ, ਮੁੱਖ ਅਫਸਰ ਹੋ ਗਿਆ ਜਾਂ ਜਿਹੜਾ ਕੋਈ ਡਿਊਟੀ ਅਫਸਰ ਆ ਉਹੀ ਦਿੰਦਾ FIR। ਇੱਥੇ ਤਾਂ ਇਹੋ ਜਿਹੇ ਅਫਸਰ ਆ ਜਿਨ੍ਹਾਂ ਨੇ ਜਿਮਨੀ ਵੀ ਨਹੀਂ ਲਿਖੀ ਕਦੇ। ਹਾਂ, ਬਿਲਕੁਲ। ਹਾਂਜੀ। ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਕੈਦ ਹੋਈ ਹੈ ਜੀ, ਇਹ ਕਿੰਨੀ ਕੈਦ ਹੋਈ ਹੈ, ਕਿਹੜੇ ਮਾਮਲੇ 'ਚ ਹੋਈ ਹੈ, ਕੀ ਪਹਿਲਾਂ ਕੈਦ 'ਚ ਨੇ ਉਹ ਜਾਂ ਕੀ ਚੱਕਰ? ਨਹੀਂ, ਭਾਈ ਜਗਤਾਰ ਸਿੰਘ ਜਿਹੜੇ ਹੈਗੇ ਆ ਤਾਰਾ, ਉਹ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਔਰ ਜੇਲ੍ਹ ਦੇ ਵਿੱਚ ਹੈਗੇ ਆ ਉਹ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ। ਫਿਰ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇੱਕ ਹੋਰ ਮੁਕੱਦਮਾ ਸੀ ਕਿ ਉਹਨਾਂ ਨੇ ਜੇਲ੍ਹ ਤੋੜ ਕੇ ਤੇ ਉਹ ਫਰਾਰ ਹੋ ਗਏ ਸੀ ਜੀ। ਜੇਲ੍ਹ ਤੋੜਨ ਵਾਲੀ ਗੱਲ ਜਿਹੜੀ ਹੈਗੀ ਹੈ ਜੀ, ਇਹ ਹੈਗੀ 2004 ਦੀ। 2004 ਦੇ ਵਿੱਚ ਮੇਰਾ ਖਿਆਲ ਹੈ ਵੀ ਇਹ ਜਿਹੜੀ ਸੀਗੀ ਜੀ 21 ਜਨਵਰੀ 2004 ਦਾ ਦਿਨ ਸੀ, ਜਦੋਂ 94 ਫੁੱਟ ਲੰਬੀ ਜੀ ਸੁਰੰਗ ਪੱਟ ਕੇ ਜਿਹੜਾ ਹੁੰਦਾ ਨਾ ਆਪਣਾ ਬਾਥਰੂਮ ਜੇਲ੍ਹ ਦੇ ਅੰਦਰ ਸੈੱਲ ਬਣਿਆ ਹੁੰਦਾ ਜੀ, ਉਹਦੇ ਵਿੱਚ ਜਿਹੜੀ ਟਾਇਲਟ ਸੀਟ ਲੱਗੀ ਹੁੰਦੀ ਹੈ, ਉੱਥੋਂ ਉਹਨਾਂ ਨੇ ਚੱਕ ਕੇ ਉਹਨੂੰ ਪਾਸੇ ਤੇ ਉੱਥੋਂ ਪੱਟਣਾ ਸ਼ੁਰੂ ਕੀਤਾ ਸੀ ਜੀ। ਕੰਮ ਤਾਂ ਕਾਫੀ ਲੰਬਾ ਸੀ। ਉਹ ਲੰਬਾ ਕੰਮ ਕਰਕੇ ਤੇ ਉਹਨਾਂ ਨੇ ਜੀ 94 ਫੁੱਟ ਡੂੰਘੀ ਕੱਟ ਕੇ ਬੁੜੈਲ ਜੇਲ੍ਹ ਤੇ ਇਹਦੇ ਚੋਂ ਫਰਾਰ ਹੋ ਗਏ ਸੀ ਜੀ। ਇਹਨਾਂ ਦੇ ਨਾਲ ਜਗਤਾਰ ਸਿੰਘ ਹਵਾਰਾ ਜਿਹੜੇ ਐਕਟਿੰਗ ਜਥੇਦਾਰ ਹੈ, ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਹੈ, ਉਹ ਵੀ ਸੀਗੇ। ਇਹ ਜਗਤਾਰ ਸਿੰਘ ਤਾਰਾ ਵੀ ਸੀ, ਹੋਰ ਬੰਦੇ ਵੀ ਸੀ ਜੀ। ਲੇਕਿਨ ਜਗਤਾਰ ਸਿੰਘ ਤਾਰਾ ਹੋਰੀ ਫੜੇ ਗਏ ਸੀ, ਹਵਾਰਾ ਸਾਹਿਬ ਵੀ ਫੜੇ ਗਏ ਸੀ, ਸਾਰੇ ਫੜੇ ਗਏ ਸੀ। ਕਿਹਨਾਂ ਦੇ ਨਾਲ? ਦੇਵੀ ਸਿੰਘ ਨਾਂ ਦਾ ਬੰਦਾ ਹੁੰਦਾ ਸੀ ਇਹਨਾਂ ਦੇ ਨਾਲ। ਉਹ ਦੇਵੀ ਸਿੰਘ ਨਾਂ ਦਾ ਬੰਦਾ ਨਹੀਂ ਫੜਿਆ ਗਿਆ। ਉਹ ਪੰਜਾਬ 'ਚ ਹੈ, ਭਾਰਤ 'ਚ ਹੈ, ਕਿੱਥੇ ਹੈ ਕਿੱਥੇ ਨਹੀਂ, ਜਿਉਂਦਾ ਜਾਂ ਨਹੀਂ ਰਿਹਾ ਦੁਨੀਆ 'ਚ, ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ। ਉਸ ਕੇਸ ਦੇ ਵਿੱਚ ਇਹ ਕੇਸ ਤਾਂ ਇਹਨਾਂ ਤੇ ਕਈ ਹੋਰ ਵੀ ਚੱਲਦੇ, ਲੇਕਿਨ ਜਿਹੜੀ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਸੀ, ਉਹ ਸਜ਼ਾ ਲਗਭਗ ਮੇਰਾ ਖਿਆਲ ਹੈ ਵੀ ਇਹਨਾਂ ਦੀ ਪੂਰੀ ਹੋਣੀ ਹੈ ਜਿੰਨੀ ਕਿ ਸਜ਼ਾ ਹੁੰਦੀ ਹੈ। ਇਹ ਕੱਲ ਇਹਨਾਂ ਨੂੰ ਤਿਹਾੜ ਜੇਲ੍ਹ 'ਚੋਂ ਲਿਆਂਦਾ ਸੀ, ਬਾਹਰੋਂ ਪੇਸ਼ ਕੀਤਾ ਗਿਆ। ਬੁੜੈਲ 'ਚ ਤਾਂ ਫਿਰ ਇਹਨਾਂ ਨੂੰ ਰੱਖਿਆ ਨਹੀਂ ਸੀ ਜੀ। ਉੱਥੇ ਜਦੋਂ ਕੇਸ ਚਲਾਉਣਾ ਤੁਹਾਡੇ ਤੇ, ਉਹਨਾਂ ਨੇ ਆਪ ਹੀ ਕਹਿਤਾ, ਕਹਿੰਦੇ ਯਾਰ ਮੈਂ ਭੱਜਿਆ ਸੀ, ਇਕਵਾਲ ਕਰ ਲਿਆ ਜੀ ਆਪਣੇ ਆਪ ਕਿ ਮੈਂ ਭੱਜਿਆ ਸੀ, ਜੋ ਦੱਸਣਾ ਕਰ। ਤਾਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਨੇ ਉਹਨਾਂ ਨੂੰ 3 ਸਾਲ ਦੀ ਕੈਦ ਕਰਤੀ। ਅੱਛਾ ਜੀ। ਪਰ ਕਿਉਂਕਿ
ਉਹ ਬਹੁਤ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਹੈ, ਮੇਰੇ ਖਿਆਲ 2015 ਤੋਂ ਅੰਦਰ ਹੈ। ਹੂੰ ਤੇ ਨਾਲ ਹੀ ਉਹਨੇ ਕਿਹਾ ਵੀ 3 ਸਾਲ ਦੀ ਕੈਦ ਕੱਟਤੀ, ਜੀ। ਪਰ ਇਹ ਕੈਦ ਜਿਹੜੀ ਹੈਗੀ ਅੰਡਰ ਗਾਉਣ ਗੌਨ ਕਿਉਂਕਿ ਪਹਿਲਾਂ ਹੀ ਉਹ ਕੈਦ ਕੱਟੀ ਹੋਈ ਹੈ ਕੱਟੀ ਹੋਈ ਹੈ। ਕੱਚੇ 'ਚ, ਇਸ ਕਰਕੇ ਇਹਨੂੰ ਉਹਨੂੰ ਮਤਲਬ value ਉਹਦੀ ਕੋਈ ਗੱਲ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਕਿ ਭਾਈ ਜਗਤਾਰ ਸਿੰਘ ਤਾਰਾ ਬਾਹਰ ਆ ਜਾਊਗਾ। ਬਾਹਰ ਆ ਜਾਣਗੇ, ਉਹਦਾ ਮਤਲਬ ਇਹ ਹੈ ਕਿ ਉਹਨਾਂ ਤੇ ਹਜੇ ਹੋਰ ਮੁਕੱਦਮੇ ਚੱਲਦੇ, ਹੂੰ ਉਹਨਾਂ ਮੁਕੱਦਮਿਆਂ ਦਾ ਨਿਪਟਾਰਾ ਹੋਣ ਤੇ ਹੀ ਉਹ ਬਾਹਰ ਆ ਸਕਦੇ। ਬੇਲ ਮੇਰਾ ਖਿਆਲ ਸ਼ਾਇਦ ਉਹਨਾਂ ਤੇ ਨਹੀਂ ਮਿਲਦੀ ਹੋਣੀ, ਹੂੰ ਤੇ ਬੇਲ ਕਿਉਂਕਿ ਜਿਹੜਾ ਇੱਕ ਵਾਰੀ ਜੇਲ੍ਹ ਜੰਪ ਤੋੜਦੇ ਉਹਨੂੰ ਮਿਲਦੀ ਵੀ ਨਹੀਂ ਜੇਲ੍ਹ ਜੰਪ ਕਰਦੇ ਉਹਨੂੰ ਛੇਤੀ ਕਿਤੇ ਬੇਲ ਮਿਲਦੀ ਨਹੀਂ ਹੁੰਦੀ। ਉਹ ਹੁਣ ਇਹੀ ਹੁੰਦਾ ਵੀ ਇਹਨਾਂ ਨੂੰ ਨਿਪਟਾਓ ਮੁਕੱਦਮਿਆਂ ਨੂੰ ਜਿਵੇਂ ਨਿਪਟਾਉਣਾ। ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਅੰਡਰਗਰਾਉਂਡ ਹੀ ਹੋਣਾ, ਜਿਹੜੀ ਕੈਦ ਕੱਟੀ ਹੋਈ ਆ ਉਹਦੇ 'ਚ ਹੀ ਕੱਟਿਆ ਜਾਣਾ। ਹੁਣ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਕੋਈ ਆਪਣਾ UPSC ਦੇ ਇਮਤਿਹਾਨ 'ਚ ਬੈਠਣੇ ਵੀ ਆਪਾਂ IAS IPS ਕਰਨੀ ਹੈ, ਬੰਦੇ ਨੇ ਤਾਂ ਆ ਕੇ ਆਪਣਾ ਜੀਵਨ ਬਸਰ ਹੀ ਕਰਨਾ। ਸੋ ਉਹਨਾਂ ਨੇ ਆਪਣਾ ਇਕਬਾਲ ਕੀਤਾ ਜੀ, ਇਕਬਾਲ ਕਰਕੇ 3 ਸਾਲ ਦੀ ਸਜ਼ਾ ਨਾਲ ਇਹ ਮਾਮਲਾ ਮੁੱਕ ਗਿਆ ਉਹਨਾਂ ਦਾ ਜੀ। ਢਿੱਲੋਂ ਸਾਹਿਬ, ਤੁਹਾਨੂੰ ਇੱਕ ਯਾਦ ਹੋਣਾ, ਇੱਕ ਬੋਫਰਸ ਤੋਪ ਆਈ ਸੀ ਜੀ, ਉਹਦਾ ਵੀ ਇੱਕ ਜਿਹੜਾ ਜਿੰਨ ਸੀ ਉਹ ਵੀ ਕਿਤੇ ਬੋਤਲ ਚੋਂ ਬਾਹਰ ਆ ਜਾਂਦਾ ਸੀ, ਕਿਤੇ ਵਿੱਚ ਵੜ ਜਾਂਦਾ ਸੀ, ਤੇ ਉਹ ਜਿੰਨ ਨੇ ਵੀ ਕਾਫੀ ਜਿਹੜਾ ਹਿਲਚੁਲ ਕੀਤੀ ਸੀ। ਹੁਣ ਇੱਕ ਨਵਾਂ ਜਿੰਨ ਹੈ ਰਫੇਲ ਦਾ ਜੀ। ਇਹ ਰਫੇਲ ਦਾ ਜਿੰਨ ਵੀ ਕਿਤੇ ਹੁਣ ਫੇਰ ਬੋਤਲ ਚੋਂ ਬਾਹਰ ਆਇਆ ਫਿਰਦਾ ਜੀ। ਇਹ ਬੋਤਲ 'ਚ ਤਾਂ ਬੰਦ ਹੋਇਆ ਹੀ ਨਹੀਂ ਸੀ ਜੀ, ਆਪਣਾ ਬਾਹਰ ਨਹੀਂ ਸੀ, ਗੜਬੜ ਤਾਂ ਕਰੀ ਜਾਂਦਾ ਹੈ। ਅੱਛਾ। ਜਦੋਂ ਦਾ ਜਿੰਨ ਖੜਾ ਹੋਇਆ, ਇੱਕ ਤੁਸੀਂ ਦੇਖੋ ਇਹਦੇ 'ਚ ਸਿਮਿਲਰਿਟੀ ਹੈ, ਸਮਾਨਤਾ ਹੈ। ਬੋਫਰਸ ਕਾਂਡ ਹੈ ਜਿਹੜਾ, ਉਹਦਾ ਕਹਿੰਦੇ ਜੀ ਕਮਿਸ਼ਨ ਕਿੰਨਾ ਸੀ, 64 ਕਰੋੜ ਜਾਂ 65 ਕਰੋੜ ਸੀ। ਅੱਛਾ ਜੀ, ਉਹਨਾਂ ਦਿਨਾਂ 'ਚ 64-65 ਕਰੋੜ ਸੀ। ਉਦੋਂ ਇੱਕ ਉਹਦੇ 'ਚ ਕਹਿੰਦੇ ਸੀ ਜੀ ਵੇਲੇ ਦਾ ਪ੍ਰਧਾਨ ਮੰਤਰੀ ਦੀ ਵੀ ਇਨਵੋਲਵਮੈਂਟ ਹੈ। ਕਿਉਂ ਇਨਵੋਲਵਮੈਂਟ ਹੈ? ਕਿਉਂਕਿ ਇਟਲੀ ਦਾ ਇੱਕ ਵਪਾਰੀ ਸੀ ਜੀ, ਉਹਦੇ ਵਿੱਚ ਵਿਚੋਲਾ ਜੀ ਦਾ ਨਾਂ ਕੁਆਤਰੋਚੀ ਸੀ, ਤੇ ਕੁਆਤਰੋਚੀ ਕਿਉਂਕਿ ਸੋਨੀਆ ਗਾਂਧੀ ਇਟਲੀ ਦੀ ਸੀ ਤੇ ਉਹਦੇ ਨਾਲ ਜੋੜਤੀ ਸੀ ਉਹਨੂੰ ਗੱਲ। ਹਾਲਾਂਕਿ ਉਸ ਕੇਸ ਦਾ ਬਣਿਆ ਕੱਖ ਨਹੀਂ ਜੀ, ਕਿਉਂਕਿ ਜਦੋਂ ਕੁਆਤਰੋਚੀ ਹੋਰੀ ਨਿਕਲ ਗਏ ਇੱਥੋਂ ਤੇ ਬਾਅਦ ਦੇ ਵਿੱਚ ਉਹ ਕੇਸ ਵੀ ਖੁਰਦ-ਬੁਰਦ ਹੋ ਗਿਆ। ਜੀ ਜੀ। ਖੁਰਦ-ਬੁਰਦ ਕਿਹੜੇ ਦੌਰ 'ਚ ਹੋਇਆ ਸੀ? ਜਦੋਂ ਵਾਜਪਾਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ। ਬਿਲਕੁਲ। ਕਿਉਂ? ਕਿਉਂਕਿ ਜਿਹੜੇ ਭਾਰਤੀ ਲੋਕ ਸੀ, ਜਿਹੜੇ ਭਾਰਤ ਦੇ ਵਪਾਰੀ ਸੀ, ਉਹਨਾਂ ਦੇ ਸੰਬੰਧ ਭਾਰਤੀ ਜਨਤਾ ਪਾਰਟੀ ਨਾਲ ਵੀ ਚੰਗੇ ਸੀ। ਉਹਨਾਂ ਨੇ ਕਿਹਾ ਵੀ ਹੁਣ ਇਹ ਤਾਂ ਮਾਮਲਾ ਤਾਂ ਨਿਪਟਾਉਣਾ ਪੈਣਾ ਹੈ। ਜਦੋਂ ਨਾਲ ਦੇ ਮੁਲਜ਼ਮ ਬਰੀ ਹੋ ਜਾਣ ਤੇ ਫਿਰ ਬੰਦੇ, ਉਹ ਵੀ ਨਿਕਲ ਗਿਆ ਸੀ, ਉਹਦੇ 'ਚ ਬਣਿਆ ਕੱਖ ਨਹੀਂ ਸੀ। ਪਰ ਉਸ ਸਕੈਂਡਲ ਨੇ ਜਾਂ ਉਸ ਕਪਲੇ ਨੇ ਜਿਹੜਾ ਹੋਇਆ ਅਣਹੋਇਆ, ਹਾਲਾਂਕਿ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ 1999 ਦੇ ਵਿੱਚ ਜਿਹੜੀ ਕਾਰਗਿਲ ਦੀ ਜੰਗ ਹੋਈ ਹੈ, ਕਾਰਗਿਲ ਦੀ ਜੰਗ ਜਿੱਤਣ ਦੇ ਵਿੱਚ ਬਹੁਤ ਵੱਡਾ ਰੋਲ ਬੋਫਰਸ ਦਾ ਸੀਗਾ। ਬਿਲਕੁਲ ਸੀਗਾ ਜੀ, ਪੈਰ ਤੇ ਮੁੜ ਜਾਂਦੀਆਂ ਸੀ। ਠੀਕ ਹੈ ਨਾ, ਬੋਫਰਸ ਦਾ ਸੀ। ਉਦੋਂ ਕਹਿੰਦੇ ਤੋਪਾਂ ਬਹੁਤ ਵਧੀਆ, ਪਰ ਕਿਉਂਕਿ ਦਲਾਲੀ ਦਾ ਜਿਹੜਾ ਹੈਗਾ ਦਾਗ ਲੱਗ ਗਿਆ ਸੀ, ਦਲਾਲੀ ਦੇ ਉਸ ਦਾਗ ਨੇ ਰਾਜੀਵ ਗਾਂਧੀ ਦਾ ਜਿਹੜਾ ਪੋਲੀਟੀਕਲ ਕੈਰੀਅਰ ਸੀ ਉਹ ਬਰਬਾਦ ਕਰਤਾ, ਤੇ ਉਸ ਤੋਂ ਬਾਅਦ 91 ਵਾਲੀ ਇਲੈਕਸ਼ਨ ਵੇਲੇ ਤਾਂ ਫਿਰ ਉਹਦੀ ਅਸੈਸੀਨੇਸ਼ਨ ਹੀ ਹੋ ਗਈ ਸੀ। ਉਹ ਹੈ ਹੁਣ ਜਿਹੜਾ ਹੈਗਾ ਜੀ ਕਾਲਾ ਮਾਲਾ ਜੀ, ਇਹ ਵੀ ਘੱਟ ਨਹੀਂ ਉਹਦੇ ਨਾਲੋਂ। ਇਹਦੀ ਸ਼ੁਰੂਆਤ ਤਾਂ ਅਸਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਵੇਲੇ ਹੋਈ ਸੀ। ਅੱਛਾ ਕਿ ਜੀ ਸਾਨੂੰ ਆ ਜਹਾਜ਼ ਚਾਹੀਦੇ, ਰਫੇਲ ਜਹਾਜ਼ ਚਾਹੀਦੇ, ਆਧੁਨਿਕੀਕਰਨ ਕਰਨਾ ਸੀ ਫੌਜ ਦਾ। ਉਦੋਂ ਜਿਹੜੀ ਹੈਗੀ ਇਹਨਾਂ ਦੀ ਕੋਈ ਗੱਲਬਾਤ ਟੁੱਟੀ ਸੀਗੀ ਫਰਾਂਸ ਦੇ ਨਾਲ। ਜੀ ਜੀ। ਉਹਦੇ ਵਿੱਚ ਜੀ ਇੱਕ ਜਹਾਜ਼ ਦੀ ਕੀਮਤ 500 ਤੇ 26 ਕਰੋੜ ਮਿਥੀ ਗਈ ਸੀ। ਅੱਛਾ ਜੀ। ਤੇ ਬਾਅਦ ਦੇ ਵਿੱਚ ਫਿਰ ਜਿਹੜੀ ਹੈ ਬਣੀ ਤਾਂ ਕਮੇਟੀ ਸੀ, ਕਮੇਟੀ ਬਣੀ ਸੀ ਆਰਮੀ ਦੀ, ਅਫਸਰਾਂ ਦੀ ਕਮੇਟੀ ਬਣੀ ਸੀ। ਜਦੋਂ ਕਮੇਟੀ ਗੱਲਬਾਤ ਕਰਦੀ ਸੀ ਤੇ ਕਮੇਟੀ ਦੇ ਨਾਲ ਨਾਲ ਗੱਲਬਾਤ ਜਿਹੜੀ ਹੈਗੀ ਹੈ PMO ਵੀ, ਪ੍ਰਾਈਮ ਮਿਨਿਸਟਰ ਆਫਿਸ ਵੀ ਕਰ ਰਿਹਾ ਸੀ ਜੀ। ਉਸ ਵੇਲੇ ਤੁਹਾਨੂੰ ਯਾਦ ਹੋਣਾ ਇਹ ਰੌਲਾ ਵੀ ਪੈ ਗਿਆ ਸੀ ਕਿ ਆਰਮੀ ਦੇ ਥੱਲੋਂ ਇੱਕ ਨੋਟ ਸ਼ੁਰੂ ਹੋਇਆ ਸੀ ਜਿਹੜਾ ਗ੍ਰਹਿ ਮੰਤਰੀ ਆਪਣਾ ਡਿਫੈਂਸ ਮਿਨਿਸਟਰ ਤੱਕ ਗਿਆ ਸੀ ਕਿ ਜੀ ਜਦੋਂ ਸਾਡੀ ਗੱਲਬਾਤ ਚੱਲੀ ਜਾਂਦੀ ਹੈ, ਇੱਕ ਐਕਸਪਰਟ ਕਮੇਟੀ ਇਹ ਗੱਲ ਕਰੀ ਜਾਂਦੀ ਹੈ ਤੇ PMO ਕੋ ਦਖਲ ਦੇ, PMO ਬਰਾਬਰ ਗੱਲ ਕਿਉਂ ਕਰਦੇ? ਉਹ ਰੌਲੇ ਗੋਲੇ ਨੂੰ ਫਿਰ ਦੱਬਤਾ ਸੀ। ਔਰ ਉਦੋਂ ਤੁਹਾਡੇ ਯਾਦ ਹੋਣਾ ਉਹ ਜਿਹੜੇ ਹੁੰਦੇ ਸੀਗੇ ਗੋਆ ਵਾਲੇ ਮੁੱਖ ਮੰਤਰੀ, ਉਹ ਰਹੇ ਨਹੀਂ ਇਸ ਦੁਨੀਆ ਦੇ ਵਿੱਚ, ਬਿਮਾਰ ਹੋ ਗਏ ਸੀ, ਉਹ ਡਿਫੈਂਸ ਮਿਨਿਸਟਰ ਹੁੰਦੇ ਸੀ। ਉਹ ਚਲੋ ਉਹ ਵੀ ਇਸ ਦੁਨੀਆ 'ਚ ਨਹੀਂ ਰਹੇ ਤੇ ਉਹ ਮਾਮਲਾ ਕਾਲਾ ਮਾਲਾ ਹੋ ਗਿਆ ਸੀ। ਫਿਰ ਇਹ ਆ ਗਿਆ ਸੀ ਜਿਹੜਾ ਐਡਾ ਵੱਡਾ ਇਹ ਸਿਲਸਿਲਾ ਹੈ ਤੇ ਇਹ ਸੌਦਾ ਜਦੋਂ ਹੋਇਆ ਸੀ ਸਰਕਾਰ ਤੋਂ ਸਰਕਾਰ ਨਾਲ ਗੱਲ ਹੁੰਦੀ ਬਿਲਕੁਲ, ਤੇ ਉਦੋਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਕਹਿੰਦੇ ਜੀ ਕੰਬਾਰੀ ਸਾਹਿਬ ਵੀ ਗਏ ਸੀ, ਉਸ ਵੇਲੇ ਉਹ ਉੱਥੇ ਸੀ, ਉਹਨਾਂ ਨੂੰ ਵੀ ਉਸ ਸੌਦੇ 'ਚ ਕੁਛ ਮਿਲਿਆ ਸੀ। ਹੁਣ ਦਾਨੇਵਾਲੀਆ ਸਾਹਿਬ ਜਿਹੜੀ ਇੱਕ ਗੱਲ ਹੈ ਵੀ ਇਹਦੇ 'ਚ ਜਿਹੜਾ ਚਾਹੇ ਜਿਹੜੀ ਬੋਫਰਸ ਤੋਪ ਹੈ ਉਹ ਸਵੀਡਨ ਤੋਂ ਲਈ ਸੀ, ਔਰ ਬੋਫਰਸ ਤੋਪ ਨੂੰ ਦੇ ਸਕੈਂਡਲ ਨੂੰ ਨੰਗਾ ਕਿਹਨੇ ਕੀਤਾ ਸੀ? ਸਵੀਡਨ ਦੇ ਇੱਕ ਰੇਡੀਓ ਨੇ ਕੀਤਾ ਸੀ। ਉੱਥੋਂ ਹੀ ਉੱਠਦੀ ਹੈ ਭਾਫ, ਤਾਂ ਉੱਥੋਂ ਹੀ ਉੱਠੂਗੀ, ਬਾਹਰੋਂ ਥੋੜਾ ਉੱਠਦੀ। ਉੱਥੋਂ ਖਬਰ ਹੋਈ ਸੀਗੀ। ਇੱਧਰ ਜਿਹੜੀ ਹੁਣ ਜਿਹੜੀ ਆ ਜਿਹੜੇ ਆਪਾਂ 36 ਜਹਾਜ਼ ਲਏ ਹੈ ਤੇ 36 ਜਹਾਜ਼ ਜਿਹੜੇ ਹੈਗੇ ਲਏ ਹੈ, ਆਪਾਂ ਉਹ ਤਾਂ ਗੱਲ ਹੋਈ ਗਈ ਕਿ ਫਰਕ ਇੰਨਾ ਕੀ ਕਿ 526 ਕਰੋੜ ਦਾ ਵੱਧ ਕੇ 1670 ਕਰੋੜ ਦਾ ਹੋ ਗਿਆ ਜੀ। 26 ਕਰੋੜ ਦੇ ਵਿੱਚੋਂ ਕਹਿੰਦੇ ਜੀ ਆ ਜਿਹੜੇ 36 ਜਹਾਜ਼ਾਂ ਦੇ ਵਿੱਚੋਂ ਕਹਿੰਦੇ ਜੀ 65 ਕਰੋੜ ਜੀ, 65 ਕਰੋੜ ਰੁਪਈਆ ਰਿਸ਼ਵਤ ਦਿੱਤਾ ਹੈ। ਔਰ ਇਹ ਦਾਅਵਾ ਕਿਹਨੇ ਕੀਤਾ ਜੀ? ਇਹ ਫ੍ਰੈਂਚ ਪੋਰਟਲ ਇੱਕ ਜਿਹੜਾ ਹੈਗਾ
ਖਬਰਾਂ ਦਾ ਆਪਣਾ ਹੈਗਾ ਜਿਹੜਾ ਪੋਰਟਲ ਹੈ ਉਹਨੇ ਦਿੱਤਾ, ਉਹਨੇ ਕਿਹਾ ਵੀ ਇਹ ਹੈ ਜੀ। ਔਰ ਨਾਲ ਉਹਨੇ ਗੱਲ ਕਿਹਾ ਕਿ ਜਿਹੜੇ ਬੰਦੇ ਨੂੰ ਪੈਸਾ ਦਿੱਤਾ ਗਿਆ, ਹੁਣ ਨਾਮ ਹੀ ਦਿੱਤਾ ਉਹਦਾ, ਉਸ ਬੰਦੇ ਦਾ ਨਾਂ ਜਿਹੜਾ ਹੈਗਾ ਜੀ ਸੁਸ਼ੇਨ ਗੁਪਤਾ ਹੈ। ਅੱਛਾ ਜੀ। ਔਰ ਇਹ ਸੁਸ਼ੇਨ ਗੁਪਤਾ ਦੀ ਕੰਪਨੀ ਇੰਟਰਸਟੇਕਰ ਟੈਕਨੋਲੋਜੀ, ਇਹਨੇ 2007 ਤੋਂ ਲੈ ਕੇ 2012 ਦੇ ਦਰਮਿਆਨ ਇਹਨੇ ਇਹ 65 ਕਰੋੜ ਰੁਪਏ ਜਿਹੜੇ ਇਹਨਾਂ ਤੋਂ ਲਏ ਹੈ। ਔਰ ਨਾਲ ਉਹ ਗੱਲ ਕਹਿੰਦੇ ਵੀ 11 ਅਕਤੂਬਰ 2018 ਨੂੰ ਇਸੇ ਪੋਰਟਲ ਦੀ ਰਿਪੋਰਟ ਹੈ। ਅੱਛਾ ਜੀ। ਮਾਰੀਸ਼ਸ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਦਸਤਾਵੇਜ਼ CBI ਨੂੰ ਦਿੱਤੇ ਸੀ ਵੀ ਆਹ ਲਓ ਜੀ ਡਾਕੂਮੈਂਟਸ, CBI ਨੇ ਉਹ ਡਾਕੂਮੈਂਟਸ ED ਨਾਲ ਵੀ ਸਾਂਝੇ ਕਰ ਲਏ। ਹੁਣ ਜਿੱਥੇ ਚੋਣਾਂ ਹੁੰਦੀਆਂ ਉੱਥੇ ਤਾਂ ED ਦੇ ਛਾਪੇ ਵੱਜ ਜਾਂਦੇ, ਉੱਥੇ ਤੁਹਾਡੇ ਜਿਹੜੇ ਹੈਗੇ CBI ਦੇ ਛਾਪੇ ਵੱਜ ਜਾਂਦੇ, ਲੇਕਿਨ ਇਹ ਡਾਕੂਮੈਂਟਸ ਜਿਹੜੇ ਹੈਗੇ ਜੀ ਪ੍ਰੋਵਾਈਡ ਕੀਤੇ ਹੈ, ਇਹਦੇ ਬਾਵਜੂਦ ਵੀ ਮਾਰੀਸ਼ਸ ਦੀ ਸਰਕਾਰ ਨੇ ਪ੍ਰੋਵਾਈਡ ਕੀਤੇ, ਇਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ। ਔਰ ਜਿਹੜੀ ਪੇਮੈਂਟ ਹੋਈ ਹੈ ਇਹ ਕਹਿੰਦੇ ਸ਼ੈਲ ਕੰਪਨੀਆਂ, ਜਿਹੜੀਆਂ ਸ਼ੈਲ ਕੰਪਨੀਆਂ ਦਾ ਹੈਡਕੁਆਟਰ ਸਿੰਗਾਪੁਰ 'ਚ, ਸਾਰੀ ਲੈਣ ਦੇਣ ਉਹਦੇ ਰਾਹੀਂ ਹੋਇਆ ਇਹ। ਕਿਉਂਕਿ ਦੂਜੇ ਪਾਸੇ ਉੱਥੇ ਇਨਕੁਆਇਰੀ ਚੱਲ ਰਹੀ ਹੈ, ਉਹਦੀ ਇਨਕੁਆਇਰੀ ਚੱਲ ਰਹੀ ਹੈ ਫਰਾਂਸ ਦੇ ਵਿੱਚ ਵੀ ਜੀ, ਔਰ ਇਨਕੁਆਇਰੀ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਹਦੇ ਤੇ ਮਤਲਬ ਕਿੰਤੂ ਪਰੰਤੂ ਹੋ ਰਹੇ, ਉੱਥੇ ਵੀ ਚੱਲ ਰਹੀ ਹੈ। ਪਰ ਭਾਰਤ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ, ਸਾਡੀਆਂ ਏਜੰਸੀਆਂ ਟਸ ਤੋਂ ਮਸ ਨਹੀਂ ਹੋ ਰਹੀਆਂ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਹੈ ਜੀ ਹੋਰ ਵੀ ਦਿਖਾਊਗਾ ਜੀ, ਹੋਰ ਬਹੁਤ ਕੁਝ ਹੋਊਗਾ, ਕਿਉਂਕਿ ਐਡਾ ਮਹਿੰਗਾ ਸੌਦਾ। ਤੇ ਇਹ ਗੱਲ ਕਹਿਣੀ ਕਿ ਪੜਤਾਲ ਤਾਂ ਅਸੀਂ ਕਰਵਾਉਣੀ ਨਹੀਂ, ਹਾਲਾਂਕਿ ਬੋਫਰਜ਼ ਵੇਲੇ ਉਦੋਂ ਦੀ ਵੇਲੇ ਦੀ ਸਰਕਾਰ ਪੜਤਾਲ ਦਾ ਹੁਕਮ ਦੇਣ ਲਈ ਮਜਬੂਰ ਹੋ ਗਈ ਸੀ, ਲੇਕਿਨ ਇੱਥੇ ਜਮਾ ਹੀ ਜਵਾਬ ਦਿੱਤਾ ਨਾ ਵੀ ਇਸ ਤਰ੍ਹਾਂ ਕਰਵਾਉਣੀ ਨਹੀਂ। ਔਰ ਮਾਮਲਾ ਇਹ ਹੈ ਕਿ ਇਹਨੂੰ ਲੈ ਕੇ ਪ੍ਰਸ਼ਾਂਤ ਭੂਸ਼ਣ ਹੋਰੀ ਸੁਪਰੀਮ ਕੋਰਟ 'ਚ ਵੀ ਗਏ ਸੀ, ਉਹਨਾਂ ਨੇ ਵੀ ਬਹੁਤੀ ਨਹੀਂ ਸੁਣੀ, ਕਿਉਂਕਿ ਵੇਲੇ ਦੀ ਸੁਪਰੀਮ ਕੋਰਟ ਦਾ ਸਿਲਸਿਲਾ ਕੁਛ ਹੋਰ ਸੀ। ਔਰ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਕੰਪਲੇਂਟ ਜਿਹੜੀ ਹੈ ਵੇਲੇ ਦੇ CBI ਦੇ ਡਾਇਰੈਕਟਰ ਨੂੰ ਦਿੱਤੀ ਸੀ, ਤੇ ਫਿਰ ਤੁਹਾਨੂੰ ਪਤਾ ਰਾਤੇ ਰਾਤ ਡਾਇਰੈਕਟਰ ਸਾਹਿਬ ਨੂੰ ਬਦਲ ਕੇ ਤੇ ਸੰਗੀਨਾ ਦੇ ਪਹਿਰੇ 'ਚ ਨਵੇਂ ਡਾਇਰੈਕਟਰ ਨੂੰ ਵੀ ਚਾਰਜ ਦਿੱਤਾ ਸੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਜਾਰੀ ਰਹੇਗਾ ਜੀ, ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।